वाहिगुरु जी का खालसा वाहिगुरु जी की फतेह। सतगुरां दी पावन हजूरी विच बड़े ही अदब सहित संध्या दे दीवाना विच आप जी जुड़ बैठे हो। सुभागा समा प्राप्त होया सतसंग दियां घड़ियां विच जुड़न दा। आओ इस समय नूं सफला बनाइए। गुर इतिहास दी पावन कथा दे विचों आप जी ने सरवण कीता सी। दीन दुनिया दे वाली सतगुरु श्री गुरु नानक देव जी महाराज रंगले चोज वरता रहे ने। जदों सतगुरां ने भाई मरदाना जी नूं रवाब लैण वास्ते भेजिया, सुल्तानपुर लोधी चों एक ढाडी नूं लैके आए। ढाडी दे गायन करन तो बाद गुरु नानक पातशाह ने भाई मरदाना जी नूं हुक्म कीता, रवाब फड़ के जदों रवाब दियां तारां नूं छोया, ऐसी धुन प्रगट होई तू ही निरंकार। जंगलां दे पशु पंछी मंत्र मुग्ध हो गए। रुखां तो अमृत झरना शुरू हो गया। जदों शब्द की समाप्ति हुई, भाई मरदाना जी दे ताई वो ढाडी आखण लग्या, ऐसा कीर्तन ऐसी रवाब मैं अपने जीवन काल विच कदे वजदी नहीं सुनी। गुरु पातशाह कहंदे मरदानिया वेख किन्ना सोहना गुण है। भाई मरदाना जी कहंदे महाराज आपां तंबूर लै लैने, रवाब थोड़ी भारी है। सतगुर कहंदे नहीं मरदानिया, जिन्ने भी साज ने उन्हां साजां दे विच मन की मैल है विकारां दी। एक रवाब है जिन्हों गाया बजाया तो मन पाक पवित्र हुंदा है। जाओ भैन जी दे घर माया लेके रवाब लेके आओ। इत्थों तक आप जियां ने पवित्र पावन प्रसंगां नूं सरवण कीता है। आओ कुछ समा मन चित बिरतियां नूं एकाग्र चित बनाइए। पाओ प्रेम दी सांझ बख्शो आसीस। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा जावो सुसा आवास को, मुल रबाब के हेत
ਸੁਣ ਗਵਨਿਓ ਗ੍ਰਹਿ ਨਾਨਕੀ ਤਜ ਬੇਦੀ ਕੁਲ ਕੇਤ। ਬੇਦੀਆਂ ਦੇ ਕੁਲ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਤੇ ਕਿਰਪਾ ਕਰਦੇ ਹੋਏ ਆਖਣ ਲੱਗੇ, ਵੇ ਮਰਦਾਨਿਆਂ, ਹੁਣ ਰਵਾਬ ਆਪਣੀ ਹੋਣੀ ਚਾਹੀਦੀ ਹੈ। ਤੇਰੀ ਰਵਾਬ ਖੂਬ ਆਨੰਦਮਈ ਹੈ। ਭਾਈ ਮਰਦਾਨਾ ਜੀ ਕਹਿੰਦੇ, ਠੀਕ ਹੈ ਪਾਤਸ਼ਾਹ, ਜੇ ਆਪ ਜੀ ਦਾ ਹੁਕਮ ਹੈ ਤੇ ਮੈਂ ਰਵਾਬ ਲੈ ਆਉਣਾ, ਪਰ ਮਾਇਆ ਦਿਓ। ਮਰਦ ਕਹਿੰਦੇ, ਮਰਦਾਨਿਆਂ ਜੇ ਮਾਇਆ ਚਾਹੀਦੀ ਆ ਨਾ, ਭੈਣ ਜੀ ਦੇ ਘਰ ਚਲਿਆ ਜਾ। ਬੇਬੇ ਨਾਨਕੀ ਜੀਆਂ ਨੂੰ ਜਾ ਕਰਕੇ ਸਾਡਾ ਸੁਨੇਹਾ ਦੇ ਦਿਓ, ਉੱਥੋਂ ਮਾਇਆ ਲੈ ਲਓ। ਮਾਇਆ ਲੈ ਕੇ ਇਸ ਨਗਰ ਵਿੱਚ ਜਾ ਕਿਸੇ ਹੋਰ ਨਗਰ ਵਿੱਚ ਜਿੱਥੇ ਵੀ ਰਵਾਬ ਮਿਲਦੀ ਹੈ ਫੌਰੀ ਤੌਰ ਤੇ ਲੈ ਕੇ ਸਾਡੇ ਕੋਲ ਆ। ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਭਾਈ ਮਰਦਾਨਾ ਨਮਸਕਾਰ ਕਰਕੇ ਉਹਨਾਂ ਜੰਗਲਾਂ ਤੋਂ ਵਾਪਸ ਸੁਲਤਾਨਪੁਰ ਲੋਧੀ ਭੈਣ ਨਾਨਕੀ ਦੇ ਘਰ ਆ ਗਏ ਨੇ। ਸੋਰਠ ਸੋ ਢਾਡੀ ਕੈ ਬੈਨ ਲੀਜੈ ਇਹ ਰਬਾਬ ਤੁਮ। ਜਿਸ ਵੇਲੇ ਭਾਈ ਮਰਦਾਨਾ ਦੀ ਵਿਦਾ ਹੋਏ ਨੇ, ਰਵਾਬ ਲੈਣ ਵਾਸਤੇ ਚੱਲੇ ਨੇ, ਉਹ ਢਾਡੀ ਜੀ ਨੇ ਸਤਿਗੁਰਾਂ ਦੀ ਰਸਨਾ ਤੋਂ ਅੰਮ੍ਰਿਤ ਬਚਨ ਸ਼ਬਦ ਸੁਣੇ ਸੀ ਤੇ ਰਵਾਬ ਸੁਣੀ ਸੀ। ਕਹਿੰਦਾ, ਪਾਤਸ਼ਾਹੋ, ਹੋਰ ਤੇ ਮੈਂ ਕੁਝ ਦੇ ਨਹੀਂ ਸਕਦਾ, ਨਾ ਮੇਰੇ ਕੋਲ ਦੇਣ ਨੂੰ ਕੁਝ ਹੈ। ਆ ਇੱਕ ਰਵਾਬ ਹੈ, ਇਹ ਪ੍ਰਵਾਨ ਕਰ ਲਓ। ਸਤਿਗੁਰਾਂ ਦੇ ਚਰਨਾਂ 'ਚ ਰੱਖ ਦਿੱਤੀ ਰਵਾਬ ਉਹਨੇ। ਉਹਦੀ ਰੋਜੀ ਸੀ, ਉਹਦਾ ਰਿਜ਼ਕ ਹੈ, ਉਹਦੀ ਜ਼ਿੰਦਗੀ ਦਾ ਇਹ ਇੱਕ ਬਹੁਤ ਵੱਡਾ ਕਾਰਜ ਹੈ। ਇਸੇ ਰਵਾਬ ਕਰਕੇ ਉਸ ਢਾਡੀ ਦੀ ਗੁਜ਼ਰ ਬਸਰ ਚੱਲਦੀ ਹੈ। ਸਤਿਗੁਰਾਂ ਦੇ ਸਾਹਮਣੇ ਰਵਾਬ ਰੱਖ ਕੇ ਭੇਟਾ ਕਰਕੇ ਕਹਿੰਦਾ, ਮਹਾਰਾਜ, ਅੱਜ ਤੋਂ ਇਹ ਤੁਹਾਡੀ ਇਮਾਨਤ ਹੈ, ਮੈਂ ਪ੍ਰੇਮ ਦੀ ਭੇਟਾ ਦਿੱਤੀ ਹੈ, ਕਿਰਪਾ ਕਰਕੇ ਸਵੀਕਾਰ ਕਰੋ। ਬੋਲੇ ਕਰੁਣਾਇਨ ਪਹੁੰਚੋ ਹਮ ਨਿਜ ਨਿਕਟ ਰੱਖ। ਉਸ ਵੇਲੇ ਦਇਆ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ, ਵੇ ਢਾਡੀਆ, ਤੂੰ ਸਾਨੂੰ ਰਵਾਬ ਦੇ ਦਿੱਤੀ ਤੇ ਅਸੀਂ ਪ੍ਰਵਾਨ ਕਰ ਲਈ, ਤੂੰ ਰੱਖ ਲੈ। ਤੂੰ ਕਹਿ ਦਿੱਤਾ ਨਾ ਮਹਾਰਾਜ, ਮੇਰੇ ਵੱਲੋਂ ਰਵਾਬ ਭੇਟਾ। ਸਤਿਗੁਰ ਕਹਿੰਦੀ, ਉਹ ਸਾਨੂੰ ਪ੍ਰਵਾਨ ਹੋ ਗਈ। ਭੇਟਾ ਫਿਜ਼ੀਕਲ ਨਹੀਂ ਹੈ, ਵਸਤੂ ਪਦਾਰਥਵਾਦੀ ਨਹੀਂ ਹੈ। ਅੰਦਰ ਮਨ ਕਰਕੇ ਤਿਆਗ ਕਰਕੇ ਕਿਸੇ ਨੂੰ ਖੁਸ਼ੀ ਵਿੱਚ ਕੁਝ ਦੇ ਦੇਣਾ, ਉਹਨੂੰ ਭੇਟਾ ਕਹਿੰਦੇ ਆ। ਉਹ ਗਿਫਟ ਹੈ ਜਿਹਦਾ ਕੋਈ ਮੁੱਲ ਨਹੀਂ ਹੈ। ਗੁਰੂ ਸਾਹਿਬ ਦੇ ਸਨਮੁਖ ਰਵਾਬ ਰੱਖੀ ਹੈ, ਕਹਿੰਦੇ ਮਹਾਰਾਜ ਤੁਸੀਂ ਪ੍ਰਵਾਨ ਕਰੋ। ਮਹਾਰਾਜ ਕਹਿੰਦੇ ਪ੍ਰਵਾਨ ਹੋ ਗਈ ਹੈ, ਪਰ ਇਹ ਤੈਨੂੰ ਰੱਖਣੀ ਪੈਣੀ ਹੈ, ਤੂੰ ਬਖਸ਼ ਦਿੱਤੀ ਹੈ, ਅਸੀਂ ਇਹਨੂੰ ਪ੍ਰਵਾਨ ਕਰ ਲਿਆ। ਸਤਿਗੁਰਾਂ ਦੀ ਰਸਨਾ ਦੇ ਅੰਮ੍ਰਿਤ ਬਚਨ ਸੁਣ ਕੇ ਉਹ ਢਾਡੀ ਅੱਖਾਂ 'ਚੋਂ ਹੰਝੂ ਲੈ ਆਇਆ। ਐਡਾ ਤਿਆਗ। ਇੱਕ ਢਾਡੀ ਆਪਣੀ ਜ਼ਿੰਦਗੀ ਚਲਾਉਣ ਵਾਲੀ ਰਵਾਬ ਗੁਰੂ ਸਾਹਿਬ ਨੂੰ ਭੇਟਾ ਕਰਦਾ ਤੇ ਸਤਿਗੁਰ ਕਹਿੰਦੇ ਨਹੀਂ ਚਾਹੀਦੀ, ਤੂੰ ਦੇ ਦਿੱਤੀ ਹੈ ਤੇ ਅਸੀਂ ਲੈ ਲਈ ਹੈ। ਉਸੇ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਰਬਾਬੀ ਢਾਡੀ ਨੂੰ ਉਹ ਰਬਾਬ ਵਾਪਸ ਕਰ ਦਿੱਤੀ ਹੈ। ਸੋਰਠ ਦਿਆ ਦ੍ਰਿਸ਼ਟ ਕੋ ਦੇਖ ਦੁਰਮਤ ਦੁਖ ਦਰੁਤ ਦੂਰ ਕੀਆ ਹਰਖ ਵਸੇਖ ਪਰੇਖ ਲੱਖ ਆਲੇਖ ਨੇ ਵੇਖ ਲਿਆ। ਪ੍ਰਸੰਨ ਚਿਤ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਢਾਡੀ ਨੂੰ ਕੁਝ ਬਖਸ਼ਿਸ਼ਾਂ ਦਿੱਤੀਆਂ। ਇੰਨੇ ਪ੍ਰਸੰਨ ਹੋਏ, ਕਹਿੰਦੇ ਸੱਜਣਾ ਤੇਰਾ ਜੰਮਣ ਮਰਨ ਕੱਟ ਦਿੰਦੇ ਆ, ਅੱਜ ਤੋਂ ਬਾਅਦ ਤੇਰੇ ਮਨ ਦੀ ਮਨਮਤ ਤੇ ਦੁਰਮਤ ਕੱਟੀ ਗਈ, ਕੀਤੇ ਜਨਮਾਂ ਜਨਮਾਂ ਦੇ ਪਾਪ ਤੇਰੇ ਬਖਸ਼ ਲਏ, ਕਿਉਂਕਿ ਤੂੰ ਸੱਚੇ ਸੁੱਚੇ ਮਨ ਦੇ ਨਾਲੇ ਵਸਤੂ ਭੇਟਾ ਕੀਤੀ ਹੈ। ਤੇਰੀ ਭੇਟ ਕੀਤੀ ਹੋਈ ਵਸਤੂ ਅਸੀਂ ਪ੍ਰਵਾਨ ਕਰ ਲਈ ਹੈ। ਜਦੋਂ ਗੁਰੂ ਪ੍ਰਵਾਨ ਕਰ ਲੈਂਦਾ ਨਾ ਤੇ ਫਿਰ ਜੀਵਨ ਦਾ ਉਧਾਰ ਕਰ ਦਿੰਦਾ ਹੈ, ਬਖਸ਼ ਦਿੰਦੇ ਨੇ ਸੱਚੇ ਪਾਤਸ਼ਾਹ। ਢਾਡੀ ਨੇ ਕਦੇ ਸੋਚਿਆ ਹੀ ਨਹੀਂ ਸੀ ਸਹਿਜ ਸੁਭਾਅ ਪਠਾਨ ਦੇ ਦਰਬਾਰ 'ਚ ਉੱਠਾਂ ਤੇ ਮੈਨੂੰ ਕੋਈ ਰੱਬ ਦਾ ਪਿਆਰਾ ਮਿਲੂਗਾ। ਤੇ ਮਿਲਿਆ ਵੀ ਉਹ ਪਿਆਰਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ।
ਭਾਈ ਮਰਦਾਨਾ ਜੀ ਐਸੇ ਮਹਾਂਪੁਰਖ ਜਿਨ੍ਹਾਂ ਨੇ ਇੱਕ ਬਹਾਨਾ ਬਣਾ ਕੇ ਢਾਡੀ ਦਾ ਜਨਮ ਮਰਨ ਕੱਟ ਦਿੱਤਾ। ਆਖੋ ਸਤਨਾਮ। ਕੱਟਿਆ ਗਿਆ ਜੀ। ਹੁਣ ਜਦੋਂ ਸਤਿਗੁਰਾਂ ਨੇ ਉਹਨੂੰ ਦਾਤ ਬਖਸ਼ ਦਿੱਤੀ ਨਾ ਨਾਮ ਦੀ, ਢਾਡੀ ਨੇ ਅੰਦਰੋਂ ਅੰਦਰ ਸੋਚਿਆ ਮੈਂ ਤੇ ਸਾਰੀ ਜ਼ਿੰਦਗੀ ਰਵਾਬ ਤੇ ਪੈਸੇ ਕਮਾਉਣ ਲਈ ਗਾਇਆ, ਪਰ ਅੱਜ ਗਾਉਣਾ ਅੰਦਰੋਂ ਗੁਰੂ ਦੇ ਪ੍ਰੇਮ ਵਿੱਚ ਭਿੱਜ ਕੇ ਜੀਵਨ ਭਰ ਰੱਬ ਦੀ ਸਿਫਤ ਕਰਦਾ ਰਿਹਾ। ਚੌਪਈ ਸਦਨ ਜਾਏ ਭਾਖਤ ਮਰਦਾਨਾ, ਤਬ ਭਰਾਤਾ ਇੱਕ ਸਵਾਲ ਵਖਾਨਾ। ਇੰਨੇ ਨੂੰ ਭਾਈ ਮਰਦਾਨਾ ਜੀ ਚੱਲਦੇ ਚੱਲਦੇ ਪੈਦਲ ਘਰ ਆਏ। ਬੇਬੇ ਨਾਨਕੀ ਜੀ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਆਉਂਦਿਆਂ ਵੇਖਿਆ ਬੜੀ ਖੁਸ਼ੀ ਹੈ, ਕਿਉਂਕਿ ਭਾਈ ਮਰਦਾਨੇ ਦੇ ਚਿਹਰੇ ਦਾ ਜਾਹੋ ਜ਼ਲਾਲ ਬੜਾ ਵੱਖਰਾ ਹੈ। ਜਦੋਂ ਗਿਆ ਸੀ ਮਨ ਮੁਰਝਾਇਆ ਹੋਇਆ ਸੀ, ਹੁਣ ਗੁਰੂ ਸਾਹਿਬ ਦੇ ਕੋਲੋਂ ਆਇਆ ਤੇ ਪ੍ਰਸੰਨ ਬੜਾ ਹੈ, ਖੁਸ਼ ਬੜਾ ਹੈ, ਆਨੰਦਿਤ ਬੜਾ ਹੈ। ਉਹਨਾਂ ਆਏ ਨੂੰ ਬੈਠਣ ਵਾਸਤੇ ਥਾਂ ਦਿੱਤੀ, ਜੀ ਆਇਆਂ ਆਖਿਆ। ਲੱਗਦਾ ਸੀ ਵੀਰ ਗੁਰੂ ਨਾਨਕ ਪਾਤਸ਼ਾਹ ਨੂੰ ਮਿਲ ਕੇ ਆਇਆ, ਕੋਈ ਖੁਸ਼ਖਬਰੀ ਹੋਏਗੀ, ਕਿਉਂਕਿ ਇਹ ਸਤਿਗੁਰਾਂ ਦਾ ਮਿੱਤਰ ਹੈ, ਸਤਿਗੁਰਾਂ ਦਾ ਪਿਆਰਾ ਹੈ। ਗੁਰੂ ਸਾਹਿਬ ਕਦੇ ਇਹਦੇ ਤੋਂ ਕੋਈ ਲੁਕਾ ਕੋਈ ਪਰਦਾ ਰੱਖਦੇ ਨਹੀਂ। ਸੁਣ ਹਰਖੀ ਆਨਨ ਬਚ ਭਾਨਿਆ, ਆਜ ਜਨਮ ਮੈਂ ਸਫਲ ਗਣਿਆ। ਜਦੋਂ ਭਾਈ ਮਰਦਾਨਾ ਜੀ ਘਰੇ ਆਏ ਤੇ ਬੇਬੇ ਨਾਨਕੀ ਦਾ ਪਹਿਲਾ ਸ਼ਬਦ ਸੀ ਰਸਨਾ ਦਾ, ਕਹਿੰਦੇ ਵੇ ਮਰਦਾਨੇ ਅੱਜ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦੀ ਹਾਂ, ਮੈਨੂੰ ਖੁਸ਼ੀ ਹੋਈ ਹੈ, ਤੂੰ ਵੀਰ ਮੇਰੇ ਕੋਲ ਗਿਆ ਤੇ ਖੁਸ਼ ਹੋ ਕੇ ਆਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਘਰ-ਬਾਰ ਛੱਡ ਕੇ ਜੰਗਲਾਂ 'ਚ ਜਾ ਬੈਠੇ, ਕਿਸੇ ਨਾਲ ਬੋਲਦੇ ਨਹੀਂ, ਕਿਸੇ ਨੂੰ ਬੁਲਾਉਂਦੇ ਨਹੀਂ, ਕਿਸੇ ਨਾਲ ਦਿਲ ਦੀ ਗੱਲ ਨਹੀਂ ਕਰਦੇ, ਪਰ ਭਾਈ ਮਰਦਾਨੇ ਦੀ ਚਿਹਰੇ ਦੀ ਖੁਸ਼ੀ ਦੱਸਦੀ ਆ ਵੀ ਗੁਰੂ ਸਾਹਿਬ ਨਾਰਾਜ਼ ਕਿਸੇ ਨਾਲ ਨਹੀਂ। ਇਸੇ ਕਰਕੇ ਬੇਬੇ ਨਾਨਕੀ ਦੋਨੋਂ ਹੱਥ ਜੋੜ ਧੰਨਵਾਦ ਕਰਦੇ ਨੇ। ਧੰਨ ਭਾਗ ਮੈਂ ਆਪਣਾ ਜਾਨਾ, ਕਰੋ ਨਿਸੰਗ ਸਵਾਲ ਮਰਦਾਨਾ। ਤੇ ਭਾਈ ਮਰਦਾਨਾ ਜੀ ਕਹਿੰਦੇ ਭੈਣ ਜੀ ਇੱਕ ਸਵਾਲ ਤੁਹਾਡੇ ਤਾਈਂ ਕਰਨਾ ਹੈ, ਗੁਰੂ ਸਾਹਿਬ ਨੇ ਪਾਇਆ ਸਵਾਲ ਪਾਇਆ। ਤੇ ਭੈਣ ਨਾਨਕੀ ਕਹਿੰਦੀ ਮੈਂ ਧੰਨ ਹੋ ਗਈ ਜੇ ਮੇਰੇ ਵੀਰ ਨੇ ਮੈਨੂੰ ਸਵਾਲ ਪਾਤਾ। ਕੋਈ ਮੇਰੇ ਭਰਾ ਨੇ ਮੈਨੂੰ ਕੁਝ ਆਖਿਆ, ਉਸ ਰੱਬ ਨੇ ਮੈਨੂੰ ਕੁਝ ਕਿਹਾ, ਇੰਨਾ ਹੀ ਕਾਫੀ। ਆਖੋ ਸਤਨਾਮ। ਇਹ ਹੁੰਦੇ ਨੇ ਭੈਣਾਂ ਦੇ ਫਰਜ਼। ਵੀਰ ਸੁਖੀ ਹੋਵੇ ਭਾਵੇਂ ਦੁਖੀ ਹੋਵੇ, ਜਦ ਵੀਰ ਨੇ ਯਾਦ ਕੀਤਾ ਚੇਤੇ ਕੀਤਾ ਭੱਜੀਆਂ ਆਉਂਦੀਆਂ ਨੇ ਭੈਣਾਂ। ਨੇਤਰਾਂ 'ਚ ਅਥਰੂ ਸਨ। ਭਾਈ ਮਰਦਾਨਾ ਜੀ ਦੇ ਸਾਹਮਣੇ ਹੱਥ ਜੋੜੇ ਹੋਏ, ਵੇ ਮਰਦਾਨਿਆ ਮੈਨੂੰ ਯਕੀਨ ਨਹੀਂ ਹੁੰਦਾ, ਮੇਰੇ ਪਿਆਰੇ ਵੀਰ ਨੇ ਮੈਨੂੰ ਕੋਈ ਸਵਾਲ ਪਾਇਆ। ਸਵਾਲ ਪਾਉਣ ਤੋਂ ਭਾਵ ਕੀ ਹੁੰਦਾ? ਕੁਝ ਮੰਗਣਾ। ਇਹ ਪਿੰਡਾਂ ਦੀ ਬੋਲੀ ਹੈ। ਮੈਂ ਫਲਾਣੇ ਨੂੰ ਸਵਾਲ ਪਾਇਆ ਸੀ, ਉਹਨੇ ਆਈ ਗਈ ਨਹੀਂ ਦਿੱਤੀ ਕੋਈ। ਉਹ ਬੰਦੇ ਨੇ ਅੱਖ ਨਹੀਂ ਮਲਾਈ, ਭਾਵ ਮੈਂ ਸਵਾਲ ਪਾਇਆ, ਮੈਂ ਉਹਨੂੰ ਕਿਹਾ ਸੀ ਕੁਝ ਮੈਨੂੰ ਇਹ ਚਾਹੀਦਾ, ਪਰ ਉਹਨੇ ਹਮ ਹੀ ਨਹੀਂ ਭਰੀ। ਪਰ ਬੇਬੇ ਨਾਨਕੀ ਇੰਨੇ ਪ੍ਰਸੰਨ ਨੇ, ਇੰਨੇ ਖੁਸ਼ ਨੇ, ਖੁਸ਼ੀ ਵਿੱਚ ਝੂਮਦੇ ਹੋਏ ਆਖਣ ਲੱਗੇ ਮਰਦਾਨਿਆ ਜੇ ਵੀਰ ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਕੋਈ ਸਵਾਲ ਪਾਇਆ ਤੇ ਮੇਰੇ ਤੇ ਕਰਮ ਜਾਗ ਪਏ, ਅੱਜ ਭਾਗ ਜਾਗ ਪਏ। ਖੁਸ਼ੀ ਦਾ ਟਿਕਾਣਾ ਕੋਈ ਨਹੀਂ, ਧਰਤੀ ਤੇ ਪੈਰ ਨਹੀਂ ਲੱਗਦੇ। ਮੁਝੇ ਨ ਜਾਣੈ ਦੀਨ ਅਵਾਸੋ, ਕਾਰਿਆ ਭਲਾਖ ਰੱਖਿਓ ਨਿਜ ਪਾਸੋ। ਜਦੋਂ ਭੈਣ ਜੀ ਨੇ ਆਖਿਆ ਨਾ ਵੀ ਸ਼ੁਕਰ ਹੈ ਗੁਰੂ ਸਾਹਿਬ ਨੇ ਸਾਨੂੰ ਕੋਈ ਸੇਵਾ ਲਾਈ, ਕੋਈ ਆਪਣੀ ਰਸਨਾ ਤੋਂ ਕਿਹਾ ਕੁਛ, ਤੇ ਭਾਈ ਮਰਦਾਨਾ ਜੀ ਫਿਰ ਖੁਸ਼ੀ 'ਚ ਪਤਾ ਕੀ ਕਹਿੰਦੇ ਆ? ਕਹਿੰਦੇ ਭੈਣ ਜੀ ਇੱਕ ਖੁਸ਼ੀ ਸੁਣਾਵਾਂ, ਖੁਸ਼ਖਬਰੀ। ਕਹਿੰਦੇ ਮਰਦਾਨਿਆ ਛੇਤੀ ਬੋਲ। ਭੈਣ ਭਰਾਵਾਂ ਵਾਲਾ ਪਿਆਰ ਹੈ। ਭਾਈ ਮਰਦਾਨਾ ਛੋਟਾ ਸੀ ਉਮਰ 'ਚ। ਬੇਬੇ ਨਾਨਕੀ ਆਖਣ ਲੱਗੇ ਛੇਤੀ ਛੇਤੀ ਬੋਲ ਵੀਰਾ। ਤੇ ਮਰਦਾਨਾ ਜੀ ਕਹਿੰਦੇ ਮੈਂ ਜਾਣਾ ਸੀ ਘਰੇ, ਮੈਨੂੰ ਸਤਿਗੁਰ ਕਹਿੰਦੇ ਮਰਦਾਨਿਆ ਤੂੰ ਵੀ ਘਰ ਨਹੀਂ ਜਾਣਾ, ਅਸੀਂ ਛੱਡਤਾ ਤੂੰ ਵੀ ਛੱਡ ਦੇ। ਭੈਣ ਜੀ ਨੂੰ ਤੇ ਹੋਰ ਖੁਸ਼ੀ ਕੀ ਚਾਹੀਦੀ ਸੀ ਵੀ ਚਲੋ ਮੇਰੇ ਵੀਰ ਦਾ ਕੋਈ ਸਾਥੀ ਤੇ ਬਣਿਆ। ਅੱਜ ਤੋਂ ਬਾਅਦ ਮੈਂ ਹਮੇਸ਼ਾ ਲਈ ਤੁਹਾਡੇ ਵੀਰ ਸਤਿਗੁਰੂ ਗੁਰੂ ਨਾਨਕ ਸਾਹਿਬ ਨਾਲ ਰਹਿਣਾ ਏ। ਮੈਂ ਪਿੰਡ ਜਾਣ ਦਾ ਸੁਪਨਾ ਵੀ ਵਿਸਾਰ ਦਿੱਤਾ। ਆਖੋ ਸਤਨਾਮ। ਜਿਉਂਦੇ ਜੀ ਜਾਣਾ ਤੇ ਦੂਰ ਦੀ ਗੱਲ, ਮੈਂ ਤਾਂ ਸੁਪਨੇ 'ਚ ਵੀ ਨਹੀਂ ਜਾਣਾ। ਤੇ ਬੇਬੇ ਨਾਨਕੀ ਲਈ ਉਹ ਤੇ ਕਿੱਡੀ ਵੱਡੀ ਅੰਮ੍ਰਿਤ ਵਾਲੀ ਗੱਲ ਹੈ।
ਜੋ ਵੀਰ ਘਰ ਛੱਡ ਕੇ ਤੁਰ ਗਿਆ, ਜੰਗਲਾਂ 'ਚ ਜਾ ਬੈਠਾ, ਜਿਹਦਾ ਸਾਥੀ ਕੋਈ ਨਹੀਂ, ਸਭ ਸੰਗ ਸਾਥ ਛੱਡ ਦਿੱਤੇ ਨੇ। ਉਹਨਾਂ ਕਿਸੇ ਨੂੰ ਤੇ ਕਿਹਾ ਸਾਡੇ ਨਾਲ ਰਿਹਾ ਕਰ। ਕਹਿੰਦੇ ਮਰਦਾਨਿਆ ਬੈਠ ਪਲੰਗੇ ਤੇ। ਤੁਲਸਾਂ ਦਾਸੀ ਨੂੰ ਆਖਿਆ ਇਹਦਾ ਮੂੰਹ ਮਿੱਠਾ ਕਰਾਓ, ਖੁਸ਼ਖਬਰੀ ਸੁਣਾਈ ਹੈ ਨਾ। ਤੇ ਭਾਈ ਮਰਦਾਨਾ ਜੀ ਕਹਿੰਦੇ ਅੱਜ ਤੋਂ ਬਾਅਦ ਜਿੱਥੇ ਸਤਿਗੁਰ ਰਿਹਾ ਕਰਨਗੇ, ਰਿਹਾ ਮੈਂ ਵੀ ਕਰਨਾ ਹੈ। ਭਾਵੇਂ ਉਹ ਜੰਗਲ 'ਚ ਰਹਿਣ, ਜਿੱਥੇ ਮੰਗਲ 'ਚ ਰਹਿਣ, ਜਿੱਥੇ ਮਰਜ਼ੀ ਰਹਿਣ, ਪਰ ਭੈਣ ਜੀ ਨੂੰ ਇਸ ਗੱਲ ਦੀ ਖੁਸ਼ੀ ਹੈ ਜੇ ਭਾਈ ਮਰਦਾਨਾ ਰਹੇਗਾ, ਆਉਂਦਾ ਜਾਂਦਾ ਰਹੇਗਾ, ਕੁਝ ਛਕਦਾ ਤੇ ਛਕਾਉਂਦਾ ਰਹੇਗਾ, ਵੀਰ ਜੀ ਦਾ ਘਰ ਦੇ ਨਾਲ ਟੱਚ ਰਹੇਗਾ। ਇੱਕ ਬਹਾਨਾ ਹੀ ਹੈ। ਭਾਈ ਮਰਦਾਨੇ ਨੇ ਦੂਜੇ ਕੁ ਦਿਨ ਆ ਜਾ ਕਰਨਾ, ਮਰਜ ਭੁੱਖ ਲੱਗੀ ਮੈਂ ਘਰ ਚੱਲਿਆ, ਤੇ ਫਿਰ ਜਦੋਂ ਕੁਝ ਛਕਣ ਆਇਆ ਕਰੂ ਆਖੂ ਮੈਂ ਬਾਬੇ ਲਈ ਕੁਝ ਲੈ ਕੇ ਚੱਲਿਆ। ਭਾਵ ਇੱਕ ਤਾਲਮੇਲ ਬਣਿਆ ਰਹੇਗਾ ਭਾਈ ਮਰਦਾਨਾ ਜੀ ਕਰਕੇ। ਬੇਬੇ ਨਾਨਕੀ ਨੂੰ ਖੁਸ਼ੀ ਬੜੀ ਸੀ। ਕਹਿੰਦੇ ਉਹ ਆਖਦੇ ਮੈਨੂੰ ਜੀਵਨ ਵਿੱਚ ਕਦੇ ਇੰਨੀ ਖੁਸ਼ੀ ਨਹੀਂ ਹੋਈ ਜਿੰਨੀ ਅੱਜ ਪ੍ਰਾਪਤ ਹੋਈ ਹੈ। ਅਬ ਹੈ ਰਬਾਬ ਖਰੀਦਨ ਭੇਜਾ, ਕਹਿਓ ਮੋਲ ਭਗਨੀ ਤੇ ਲੈ ਜਾ। ਤੇ ਭੈਣ ਜੀ ਆਖਣ ਲੱਗੇ ਮਰਦਾਨਿਆ ਤੇ ਬਹੁਤ ਵੱਡੀ ਖੁਸ਼ੀ ਹੈ, ਤੂੰ ਸਤਿਗੁਰਾਂ ਦੇ ਕੋਲ ਰਹੇਂਗਾ, ਕੋਈ ਨਹੀਂ ਪਿੰਡ ਤੇ ਖਬਰ ਅਸੀਂ ਭੇਜ ਦਿਆਂਗੇ ਕਿਸੇ ਨੂੰ। ਪ੍ਰੋਹਤ ਨਿੱਧਾ ਕਿਹੜੇ ਕੰਮ ਆਊਗਾ, ਉਹਨੂੰ ਭੇਜਣਗੇ ਵੀ ਜਾ ਖਬਰ ਦੇ ਕੇ ਆ। ਭਾਈ ਮਰਦਾਨੇ ਨੇ ਨਹੀਂ ਆਉਣਾ, ਉਹ ਗੁਰੂ ਸਾਹਿਬ ਕੋਲੇ ਆ। ਪਰ ਕਹਿੰਦੇ ਇਹ ਤੇ ਦੱਸ ਦੇ ਸਵਾਲ ਕੀ ਪਾਇਆ ਸਤਿਗੁਰਾਂ ਨੇ। ਭਾਈ ਮਰਦਾਨਾ ਬੜੇ ਖੁਸ਼ ਸਨ, ਆਖਣ ਲੱਗੇ ਭੈਣੇ ਗੁਰੂ ਸਾਹਿਬ ਆਖਦੇ ਆ ਅਸੀਂ ਨਵੀਂ ਰਬਾਬ ਲੈਣੀ ਹੈ। ਰਬਾਬ ਇੱਕ ਬੜਾ ਪਿਆਰਾ ਸਾਜ਼ ਹੈ, ਤੰਤੀ ਸਾਜ਼ ਹੈ, ਪਰ ਕਹਿੰਦੇ ਸਤਿਗੁਰਾਂ ਦੇ ਕੋਲ ਮਾਇਆ ਨਹੀਂ ਹੈ ਰਬਾਬ ਲੈਣ ਵਾਸਤੇ, ਚੌਕੜ ਨਹੀਂ, ਪੈਸੇ ਨਹੀਂ। ਭੈਣ ਜੀ ਕਹਿੰਦੇ ਫੇਰ? ਕਹਿੰਦੇ ਉਹ ਗੁਰੂ ਸਾਹਿਬ ਨੇ ਡਿਊਟੀ ਲਾਈ ਹੈ ਵੀ ਮਾਇਆ ਭੈਣ ਜੀ ਕੋਲ ਲੈ ਜਾਓ, ਰਬਾਬ ਤੁਸੀਂ ਲੈ ਆਓ। ਸੱਚੀ ਭੈਣ ਨਾਨਕੀ ਤੇ ਇੰਨੇ ਚਾਅ ਵਿੱਚ ਨੇ, ਇੰਨੇ ਖੁਸ਼ ਨੇ। ਸ਼ੁਕਰ ਹੈ ਵੀਰ ਮੇਰਾ ਬੋਲਿਆ ਤੇ ਸਹੀ, ਸਾਨੂੰ ਯਾਦ ਤੇ ਕੀਤਾ। ਕਦੇ ਉਹ ਸਮਾਂ ਸੀ ਸ਼ਮਸ਼ਾਨ ਵਿੱਚ ਬਹਿੰਦੇ ਸੀ, ਸਾਰਾ ਪਰਿਵਾਰ ਜਾਂਦਾ ਸੀ, ਮਰਜ ਬੁਲਾਇਆ ਨਹੀਂ ਸੀ ਬੋਲਦੇ। ਮੂਲ ਚੰਦ ਜੀ ਆਉਂਦੇ ਸੀ, ਧਰਮ ਪਤਨੀ ਮਾਤਾ ਸਾਡੇ ਸੁਲੱਖਣੀ ਜੀ ਜਾਂਦੇ ਸੀ, ਸਤਿਗੁਰ ਬੋਲਦੇ ਸੀ ਕਿਸੇ ਨਾਲ। ਜੈਰਾਮ ਜੀ ਨੂੰ ਕਦੇ ਨਹੀਂ ਬੁਲਾਇਆ, ਬੇਬੇ ਨਾਨਕੀ ਜੀ ਨਾਲ ਕਦੇ ਗੱਲ ਹੀ ਨਾ ਕੀਤੀ। ਪਰ ਅੱਜ ਉਹੀ ਸਤਿਗੁਰ ਕਹਿੰਦੇ ਆ ਮਰਦਾਨੇ ਆ ਭੈਣ ਜੀ ਦੇ ਘਰ ਜਾ, ਮਾਇਆ ਫੜ ਉਹਨਾਂ ਤੋਂ, ਇੱਕ ਸੋਹਣੀ ਜੀ ਰਬਾਬ ਲੈ ਆ। ਪੁੱਛਦੇ ਕਹਿੰਦੇ ਮਰਦਾਨਿਆ ਕਿੰਨੀ ਮਾਇਆ ਦਿਆਂ? ਭਾਈ ਮਰਦਾਨਾ ਕਹਿੰਦਾ ਇੰਨੀ ਕੁ ਮਾਇਆ ਦੇ ਦਿਓ ਜੀ, ਇੱਕ ਰਬਾਬ ਆ ਜੀ। ਹੁਣ ਬੇਬੇ ਨਾਨਕੀ ਨੂੰ ਕੀ ਪਤਾ ਰਬਾਬ ਕਿੰਨੇ ਦੀ ਆਊਗੀ, ਪਰ ਵੀਰ ਨੂੰ ਰਬਾਬ ਚਾਹੀਦੀ ਹੈ। ਭਰਾ ਨੇ ਮੰਗੀ ਹੈ, ਪਹਿਲੀ ਵਾਰ ਜੀਵਨ ਵਿੱਚ ਕੁਝ ਮੰਗਿਆ ਏ। ਭਨਤ ਨਾਨਕੀ ਭਲਾ ਭਇਓ ਹੈ, ਜੇ ਤੂੰ ਭਰਾਤਾ ਨਿਕਟ ਰਹਿਓ ਹੈ। ਤੇ ਭੈਣ ਨਾਨਕੀ ਉਸੇ ਵੇਲੇ ਵਿਹੜੇ ਵਿੱਚ ਆਪਣੀਆਂ ਦਾਸੀਆਂ ਨੌਕਰਾਣੀਆਂ ਨੂੰ ਬੁਲਾ ਕੇ ਆਖਦੀ ਭਲਾ ਹੋਇਆ, ਭਲਾ ਹੋਇਆ, ਭਲਾ ਹੋਇਆ। ਵੇ ਮਰਦਾਨਿਆ ਭਲਾ ਹੋਇਆ ਜੇ ਤੂੰ ਸਤਿਗੁਰਾਂ ਕੋਲ ਰਹਿ ਗਏ, ਰਹਿ ਜੀ ਹੁਣ, ਭੱਜ ਨਾ ਜਾਈ, ਛੱਡ ਨਾ ਜਾਈ ਗੁਰੂ ਸਾਹਿਬ ਨੂੰ। ਭਾਈ ਮਰਦਾਨਾ ਕਹਿੰਦਾ ਮੈਂ ਨਹੀਂ ਛੱਡਦਾ, ਮੈਨੂੰ ਭੇਜ ਨਾ ਦੇਣ, ਭਜਾ ਨਾ ਦੇਣ, ਉਹ ਮੈਂ ਨਹੀਂ ਭੱਜਦਾ ਉੱਥੋਂ। ਕਿਉਂਕਿ ਸਾਧਾਂ ਫਕੀਰਾਂ ਦਾ ਕੀ ਪਤਾ ਹੈ ਕਦੋਂ ਬਿਨਾਂ ਬੁਲਾਏ ਨੂੰ ਮਹਿਮਾਨ ਬਣਾ ਲੈਣ ਤੇ ਕਦੋਂ ਘਰ ਆਏ ਜਾਏ ਨੂੰ ਕਹਿਣ ਵੀ ਮੈਂ ਜਾਣਦਾ ਹੀ ਨਹੀਂ, ਨਿਕਲ ਘਰੋਂ ਬਾਹਰ। ਇਹ ਫਕੀਰਾਂ ਦਾ ਜੀਵਨ ਹੈ। ਭੈਣ ਜੀ ਕਹਿੰਦੀ ਮਰਦਾਨਿਆ ਰਬਾਬ ਮੇਰੇ ਲਈ ਕੁਛ ਵੀ ਨਹੀਂ, ਤੂੰ ਮੇਰੇ ਵੀਰ ਦਾ ਸਾਥੀ ਬਣ ਕੇ ਰਹਿ। ਉਹ ਸੁੱਖ ਦੀਆਂ ਖਬਰਾਂ ਤੇ ਸੁਣਦੇ ਰਹੀਏ, ਆਉਣੀ ਜਾਣੀ ਤੇ ਲੱਗੀ ਰਹੂਗੀ ਨਾ, ਪਤਾ ਤੇ ਲੱਗਦਾ ਰਹੂ ਵੀਰ ਮੇਰਾ ਕੀ ਕਰਦਾ ਹੈ, ਕਿੱਥੇ ਬੈਠਾ ਹੈ, ਕੀ ਗੱਲਬਾਤ ਹੋਈ ਹੈ। ਸੰਬੰਧ ਤੇ ਨਹੀਂ ਟੁੱਟੂਗਾ ਪਰਿਵਾਰ ਦਾ, ਦੂਰ ਤਾਂ ਨਹੀਂ ਰਹਿਣਗੇ। ਦੱਸ ਮਰਦਾਨਿਆ ਕਿੰਨੀ ਮਾਇਆ ਦਿਆਂ? ਕਹਿੰਦੇ ਭੈਣ ਜੀ ਜੋ ਮਰਜ਼ੀ ਦੇ ਦਿਓ, ਜਿੰਨੀ ਮਾਇਆ ਤੁਹਾਨੂੰ ਜਾਇਜ਼ ਲੱਗਦੀ ਦੇ ਦਿਓ। ਮੈਂ ਤੇ ਆਪ ਕਦੇ ਰਬਾਬ ਨਹੀਂ ਖਰੀਦੀ, ਕੀ ਪਤਾ ਕਿੰਨੇ ਦੀ ਆਉਣੀ ਹੈ। ਭੈਣ ਜੀ ਆਖਣ ਲੱਗੇ ਮਰਦਾਨਿਆ ਅੱਜ ਤੇ ਮੈਨੂੰ ਖੁਸ਼ੀ ਇੰਨੀ ਆ ਨਾ, ਚਾਅ ਇੰਨਾ ਏ, ਚਿੱਤ ਕਰਦਾ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਦਿਆਂ, ਸੀਸ ਰੱਖ ਦਿਆਂ, ਵਾਰ-ਵਾਰ ਕੁਰਬਾਨ ਹੋ ਜਾ। ਦੋਹਰ ਇੱਕ ਰਬਾਬ ਕਿਆ ਵਸਤ ਹੈ, ਸਤ ਰਬਾਬ ਲੈ ਦਿਉ। ਜੇ ਮਰਦਾਨਿਆ ਮੇਰੇ ਵੀਰ ਨੇ ਇੱਕ ਰਬਾਬ ਮੰਗੀ ਹੈ ਨਾ, ਉਹ ਇੱਕ ਕਾਹਦੀ ਗੱਲ ਹੈ, ਮੈਂ ਆਪਣੇ ਭਰਾ ਨੂੰ 7 ਰਬਾਬਾਂ ਲੈ ਦੂੰ। ਆਖੋ ਸਤਿਨਾਮ। ਇਹ ਹੈ ਭੈਣ ਜੀ ਦਾ ਪ੍ਰੇਮ, 7 ਰਬਾਬਾਂ। ਹੁਣ ਉਸ ਸਮੇਂ ਜੇ ਇੱਕ ਰਬਾਬ ਮੰਨ ਕੇ ਚਲੋ ਅੰਦਾਜ਼ਨ 10 ਰੁਪਏ ਦੀ ਆਉਂਦੀ ਹੈ ਤੇ 7 70 ਦੀਆਂ ਆਉਣਗੀਆਂ। ਕਹਿੰਦੇ 7 ਲੈ ਲਾ ਭਾਵੇਂ 100 ਲੈ ਲਾ, ਵੀਰ ਤੋਂ ਵੱਧ ਰਬਾਬਾਂ ਪਿਆਰੀਆਂ ਨੇ। ਸ਼ੁਕਰ ਹੋਇਆ
ਮੇਰੇ ਸਤਿਗੁਰ ਪਿਆਰੇ ਵੀਰ ਨੇ ਸਾਨੂੰ ਕੋਈ ਸਵਾਲ ਪਾਇਆ, ਸਾਨੂੰ ਕਾਬਲ ਸਮਝਿਆ, ਉਸ ਸੇਵਾ ਦੇ ਲਾਇਕ ਸਮਝਿਆ ਵੀ ਅਸੀਂ ਉਹ ਸੇਵਾ ਕਰ ਸਕੀਏ। ਮਰਦਾਨਿਆਂ ਦੱਸ ਕਿੰਨੀਆਂ ਰਬਾਬਾਂ ਚਾਹੀਦੀਆਂ? ਵੀਰ ਤੋਂ ਰਬਾਬਾਂ ਛੱਡ ਮੈਂ ਜ਼ਿੰਦਗੀ ਵਾਰ ਦਿਆਂ। ਬਦਹੁ ਜਾਏ ਸੋ ਦਰ ਜਸੋ ਸਦਨੇ ਬਦਨ ਦਿਖਿਓ। ਪਰ ਇੱਕ ਗੱਲ ਹੈ, ਇੱਕ ਸ਼ਰਤ ਹੈ ਪ੍ਰੇਮ ਦੀ। ਭੈਣ ਜੀ ਕਹਿੰਦੇ ਰਵਾਬ ਦੀ ਤੇ ਗੱਲ ਛੱਡ ਦੇ ਮਰਦਾਨਿਆਂ, ਤੂੰ ਇੱਕ ਮੰਗੀ ਮੈਂ 7 ਲੈ ਦੂੰ, 700 ਲੈ ਦੂੰ ਰਬਾਬਾਂ। ਪਰ ਮੇਰੇ ਵੀਰ ਨੂੰ ਇੱਕ ਬੇਨਤੀ ਕਰਕੇ ਆ, ਮਰਜ ਰਵਾਬ ਤੋਂ ਪਹਿਲਾਂ ਇੱਕ ਵਾਰ ਘਰੇ ਆ ਕੇ ਦਰਸ਼ਨ ਦੇ ਜੋ। ਆਖੋ ਸਤਨਾਮ। ਇੱਕ ਚਾਹਤ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਮਨ ਲੋਚਦਾ ਹੈ, ਮਨ ਕਲਪਦਾ ਹੈ, ਮਨ ਚਾਹੁੰਦਾ ਏ ਉਹ ਕਵਲ ਸਰੀਖੇ ਖਿੜੇ ਹੋਏ ਮੁਖੜੇ ਦੀ ਰਸਨਾ ਤੋਂ ਕੋਈ ਬੋਲ ਸੁਣੀਏ। ਜਾ ਮਰਦਾਨਿਆ, ਪਿਆਰ ਦੀ ਬੇਨਤੀ ਹੈ, ਰਵਾਬ ਵਾਲਾ ਫਿਕਰ ਛੱਡ ਦੇ, ਜਿੰਨੀ ਮਾਇਆ ਲੱਗੀ ਉਹ ਅਸੀਂ ਦਿਆਂਗੇ। ਚੌਪਈ ਸੁਣ ਕਰ ਗਵਨਿਓ ਪੁਨ ਮਰਦਾਨਾ ਤੂੰ ਮਤ ਹਕਾਰੈ ਕਿਰਪਾ ਨਿਧਾਨਾ। ਜਿਸ ਵੇਲੇ ਭਾਈ ਮਰਦਾਨੇ ਨੇ ਬੇਬੇ ਨਾਨਕੀ ਜੀ ਦੇ ਪ੍ਰੇਮ ਦੇ ਵਚਨਾਂ ਨੂੰ ਸੁਣਿਆ, ਕਹਿੰਦੇ ਠੀਕ ਹੈ ਭੈਣ ਜੀ ਤੁਸੀਂ ਉਡੀਕੋ, ਫਿਰ ਮੈਂ ਲੈ ਕੇ ਆਇਆ। ਕਿੱਡਾ ਵੱਡਾ ਭਰੋਸਾ ਵੀ ਮੈਂ ਲੈ ਕੇ ਆਉਣਾ। ਯਕੀਨ ਆ ਨਾ ਸਾਨੂੰ, ਜਿਸ ਬੰਦੇ ਤੇ ਯਕੀਨ ਹੋਊਗਾ ਅਸੀਂ ਉਹਨੂੰ ਫੋਨ ਕਰਦੇ ਹਾਂ ਵੀ ਮੈਂ ਕਰੂੰ ਤੇ ਚੱਕ ਲਊਗਾ, ਮੈਂ ਬੁਲਾਵਾਂ ਤੇ ਆ ਜਾਊਗਾ। ਜੀ ਤੇ ਭਰੋਸਾ ਹੀ ਨਹੀਂ ਹੈ, ਯਕੀਨ ਹੀ ਨਹੀਂ, ਤੁਸੀਂ ਉਹਦੀ ਗਰੰਟੀ ਨਹੀਂ ਲੈ ਸਕਦੇ। ਇਹ ਕੀ ਹੈ? ਪ੍ਰੇਮ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੀ ਕਿਸੇ ਦੀ ਪਰਵਾਹ ਨਹੀਂ ਕਰਦੇ ਤੇ ਭਾਈ ਮਰਦਾਨਾ ਉਹਨਾਂ ਦੀ ਗਰੰਟੀ ਲੈ ਰਿਹਾ ਹੈ। ਕਹਿੰਦਾ ਭੈਣ ਜੀ ਮੈਂ ਸਤਿਗੁਰਾਂ ਨੂੰ ਲੈ ਕੇ ਆਇਆ, ਤੇ ਜੇ ਕੋਈ ਹੋਰ ਹੁੰਦਾ ਉਹਨੇ ਕਹਿਣਾ ਸੀ ਮੈਂ ਕਹਿ ਕੇ ਆਇਆ। ਆਉਣਾ ਨਾ ਆਉਣਾ ਉਹਨਾਂ ਦੀ ਮਰਜ਼ੀ ਹੈ, ਇਹ ਤੇ ਮਰਜ਼ੀ ਆ ਨਾ ਉਹਨਾਂ ਦੀ। ਪਰ ਜਿੱਥੇ ਪ੍ਰੇਮ ਹੈ, ਪ੍ਰੀਤ ਹੈ, ਜਿੱਥੇ ਆਪਾ ਸਮਰਪਿਤ ਕੀਤਾ ਹੋਇਆ ਨਾ, ਉੱਥੇ ਫਿਰ ਆਪਾ ਕੁਛ ਨਹੀਂ ਹੈ। ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਬੇਬੇ ਨਾਨਕੀ ਹੋਰ ਖੁਸ਼ ਹੋ ਗਈ ਵੀ ਐਡੇ ਵੱਡੇ ਵਿਸ਼ਵਾਸ ਨਾਲ ਭਾਈ ਮਰਦਾਨੇ ਨੇ ਕਿਹਾ ਭੈਣ ਜੀ ਤੁਸੀਂ ਭੋਜਨ ਬਣਾਓ ਅਸੀਂ ਆਏ। ਤੁਸੀਂ ਕਿਹਨੂੰ ਕਹਿ ਸਕਦੇ ਹੋ ਜੀ? ਤੁਹਾਡਾ ਕੋਈ ਖਾਸਮ ਖਾਸ ਹੋਵੇ, ਬਿਨਾਂ ਦੱਸੇ ਕਹਿ ਦਿਓ ਵੀ ਉਹਦੀ ਵੀ ਰੋਟੀ ਬਣਾਓ, ਮੇਰੇ ਨਾਲ ਆ ਰਿਹਾ। ਕਿੱਡਾ ਮਰਜੀ ਮੰਤਰੀ ਹੋਵੇ, ਸੰਤਰੀ ਹੋਵੇ, ਜੋ ਮਰਜੀ ਲੱਗੇ, ਵਿਸ਼ਵਾਸ ਹੈ, ਪ੍ਰੇਮ ਹੈ ਵੀ ਇੱਕ ਬੋਲ ਤੇ ਆਊ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਭਾਈ ਮਰਦਾਨਾ ਜੀ ਨੇ ਬਚਨ ਕਹਿ ਦਿੱਤੇ, ਭੈਣ ਜੀ ਭੋਜਨ ਤਿਆਰ ਕਰੋ, ਸਤਿਗੁਰੂ ਸਮਝੋ ਆ ਹੀ ਰਹੇ ਨੇ। ਆਖੋ ਸਤਨਾਮ। ਇੱਥੋਂ ਨਿਕਲੇ, ਚੱਲ ਕੇ ਆ ਗਏ ਜਿੱਥੇ ਮਰਜ ਬੈਠੇ ਸੀ। ਕਹਿੰਦੇ ਸੱਚੇ ਪਾਤਸ਼ਾਹ ਭੈਣ ਨਾਨਕੀ ਜੀ ਨੇ ਸੁਨੇਹਾ ਭੇਜਿਆ, ਯਾਦ ਕਰਦੇ ਨੇ, ਚੇਤੇ ਕਰਦੇ ਨੇ, ਮਨ ਭਰਿਆ ਹੋਇਆ ਉਹਨਾਂ ਦਾ, ਖੁਸ਼ੀ ਬਹੁਤ ਹੈ। ਇੱਕ ਤੱਕਣੀ ਵਿੱਚ ਆਪ ਜੀ ਨੂੰ ਵੇਖਣਾ ਚਾਹੁੰਦੇ। ਉੱਠੋ ਚੱਲੀਏ। ਇਹ ਸ਼ਬਦ ਕਿਹਨੂੰ ਕਹੇ ਜਾ ਸਕਦੇ ਆ? ਜੀ ਤੇ ਤੁਹਾਡਾ ਹੱਕ ਹੈ, ਤੁਸੀਂ ਉਹਨੂੰ ਆਖੋਗੇ ਚੱਲ ਮੇਰੇ ਨਾਲ, ਤੇ ਜਿਹਦੇ ਹੱਕ ਕੋਈ ਨਹੀਂ ਉਹਦੀਆਂ ਮਿੰਨਤਾਂ ਹੀ ਹੋ ਸਕਦੀਆਂ, ਤਰਲੇ ਜਾਏਗਾ ਯਾਰ, ਚੱਲੇਗਾ, ਆਏਗਾ ਯਾਰ, ਫਲਾਣੀ ਥਾਂ ਤੇ ਜਾਣਾ, ਫਲਾਣਾ ਕੰਮ ਕਰਨ ਚੱਲੇ ਆ, ਜਾ ਸਕਦਾ ਮੇਰੇ ਨਾਲ? ਪੁੱਛਣਾ ਪਊਗਾ ਨਾ, ਬੇਗਾਨਗੀ ਹੈ ਨਾ। ਤੇ ਜਿੱਥੇ ਆਪਣਾਪਨ ਹੈ ਉੱਥੇ ਕਹਿ ਦਈਦਾ ਮਿੱਤਰ ਨੂੰ ਤੈਨੂੰ ਮੇਰੇ ਨਾਲ ਜਾਣਾ ਪੈਣਾ, ਮੈਨੂੰ ਨਹੀਂ ਪਤਾ, ਨਾਲ ਚੱਲ। ਭਾਈ ਮਰਦਾਨਾ ਗੁਰੂ ਸਮਝ ਕੇ ਨਹੀਂ ਕਹਿ ਰਿਹਾ, ਪਿਆਰਾ ਮਿੱਤਰ ਸਮਝ ਕੇ ਕਹਿੰਦਾ ਮਹਾਰਾਜ ਚੱਲੋ ਨਾਲ ਮੇਰੇ। ਭੈਣ ਜੀ ਯਾਦ ਕਰਦੇ ਆ। ਤੇ ਜਦੋਂ ਕੋਈ ਐਡੇ ਦਾਵੇ ਨਾਲ ਪਿਆਰ ਨਾਲ ਪੁਕਾਰੇ ਤੇ ਕਿਉਂ ਨਹੀਂ ਕੋਈ ਜਾਊ? ਆਖੋ ਸਤਨਾਮ। ਉੱਥੇ ਫਿਰ ਪਰਮਾਤਮਾ ਹੈ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਕੀ ਆਖਿਆ? ਕਹਿੰਦੇ ਮਹਾਰਾਜ ਭੈਣ ਜੀ ਯਾਦ ਕਰਦੇ ਆ, ਉਡੀਕ ਰਹੇ ਨੇ ਵਿਹੜੇ ਵਿੱਚ ਬੈਠੇ, ਬਸ ਤੁਹਾਡੇ ਜਾਣ ਦੀ ਦੇਰ ਹੈ। ਦਰਸ਼ਨ ਕੀ ਅਰਬੋ ਅਬ ਲਖ ਸਤ ਰਬਾਬ ਲੈ ਦਿਉ ਪਖ। ਤੇ ਭੈਣ ਜੀ ਆਖਦੇ ਨੇ ਪਹਿਲਾਂ ਦਰਸ਼ਨ ਦੇ ਜੋ, ਫੇਰ ਰਬਾਬ ਇੱਕ ਛੱਡੋ, ਭਾਵੇਂ 7 ਲੈ ਜੋ। ਮਰਦ ਮੁਸਕਰਾ ਪਏ। ਕਿਉਂ? ਦੁਨਿਆਵੀ ਭੈਣ ਨਹੀਂ ਹੈ ਇਹ ਰੱਬੀ ਰੂਹ ਹੈ। ਇੱਕ ਪਵਿੱਤਰ ਸੌਲ, ਪਵਿੱਤਰ ਆਤਮਾ, ਨਿਰੰਕਾਰ ਦੀ ਜੋਤ ਨੇ ਬੇਬੇ ਨਾਨਕੀ ਜੀ। ਜਦੋਂ ਭਾਈ ਮਰਦਾਨਾ ਜੀ ਨੇ ਹੱਕ ਨਾਲ ਆਖਿਆ ਨਾ ਮਰਜ ਤੁਹਾਨੂੰ ਜਾਣਾ ਪੈਣਾ, ਭੈਣ ਜੀ ਯਾਦ ਕਰਦੇ ਚਲੋ ਉੱਠੋ ਚੱਲੀਏ। ਤੇ ਗੁਰੂ ਸਾਹਿਬ ਇੱਕ ਬਚਨ ਸੁਣ ਕੇ ਹੀ ਉੱਠ ਪਏ। ਆਖੋ ਸਤਨਾਮ। ਇੱਕ ਬਚਨ। ਇੱਥੇ ਦੋਨੇ ਮਹਾਂਪੁਰਖ ਨੇ, ਇੱਕ ਬੇਬੇ ਨਾਨਕੀ ਜੀ ਤੇ ਦੂਜੇ ਭਾਈ ਮਰਦਾਨਾ ਜੀ।
ਰੱਬ ਕਦੇ ਵੀ ਆਪਣੇ ਪਿਆਰਿਆਂ ਦੇ ਬੋਲਾਂ ਨੂੰ ਮੋੜਦਾ ਨਹੀਂ। ਸੁਣ ਕਰ ਬੋਲੇ ਦੀਨ ਦਿਆਲਾ, ਮੋਤੀ ਭਗਨੀ ਬੈਸ ਵਿਸਾਲਾ। ਫਿਰ ਸਤਿਗੁਰ ਉੱਠ ਕੇ ਕਹਿੰਦੇ ਮਰਦਾਨਿਆ ਮੇਰੇ ਤੋਂ ਭੈਣ ਜੀ ਵੱਡੇ ਨੇ ਉਮਰ ਵਿੱਚ, ਵੱਡਿਆਂ ਦਾ ਸਦਾ ਅਸੀਂ ਸਤਿਕਾਰ ਕਰਦੇ ਹਾਂ ਸਦਾ। ਇੱਕ ਤੇ ਭੈਣ ਜੀ ਦਾ ਹੁਕਮ ਆ ਗਿਆ ਤੇ ਮਿੱਤਰਾ ਦੂਜਾ ਤੇਰਾ ਹੁਕਮ ਹੈ ਵੀ ਚੱਲੋ। ਜੇ ਤੇ ਭਾਈ ਮਰਦਾਨਾ ਆ ਕੇ ਕਹਿੰਦਾ ਮਰਜ ਭੈਣ ਜੀ ਯਾਦ ਕਰਦੇ ਆ, ਵੇਖੋ ਜੇ ਜਾਣਾ ਤਾਂ ਵੇਖ ਲਓ, ਮੈਂ ਤੇ ਦੱਸਣ ਚੱਲਿਆ, ਮੇਰਾ ਦੱਸਣ ਆਇਆ ਸੀ, ਹਲਕਾਰਾ ਬਣ ਕੇ ਜਾਣਾ ਨਾ ਜਾਣਾ ਤੁਹਾਡੀ ਮਰਜ਼ੀ ਹੈ। ਫਰਕ ਆ ਨਾ ਜੀ, ਇੱਕ ਨੂੰ ਕਹਿਣਾ ਨਾਲ ਚੱਲ ਤੇ ਇੱਕ ਨੂੰ ਕਹਿਣਾ ਵੇਖ ਲਓ ਜੇ ਤੁਸੀਂ ਜਾਣਾ ਚਾਹੁੰਦੇ ਹੋ, ਮੈਂ ਤੇ ਸੁਨੇਹਾ ਦੇਤਾ ਤੁਹਾਨੂੰ, ਅੱਗੇ ਤੁਹਾਡੀ ਮਰਜ਼ੀ। ਫਰਕ ਹੈ ਦੋਨੇ ਚੀਜ਼ਾਂ 'ਚ। ਮਰਦ ਕਹਿੰਦੇ ਅਸੀਂ ਭੈਣ ਜੀ ਦਾ ਬਚਨ ਕਦੇ ਵੀ ਨਹੀਂ ਮੋੜ ਸਕਦੇ। ਮਰਦਾਨਿਆ ਤੇਰੇ ਕਹਿਣ ਦਾ ਤਰੀਕਾ ਵੀ ਅਲੱਗ ਹੈ, ਤੇ ਜੇ ਭੈਣ ਜੀ ਦਾ ਹੁਕਮ ਆਇਆ ਹੈ ਕਿਵੇਂ ਹੋਵੇ। ਬੇਬੇ ਨਾਨਕੀ ਚੇਤੇ ਕਰਦੇ ਹੋਣ ਤੇ ਬਾਬਾ ਨਾਨਕ ਕਦੇ ਨਾ ਆਵੇ, ਆਖੋ ਸਤਿਨਾਮ। ਉਹ ਹੋ ਸਕਦਾ ਕਦੇ? ਉੱਠ ਪਏ ਗੁਰੂ ਸਾਹਿਬ ਜਿਹੜੇ ਜੰਗਲਾਂ ਵਿੱਚ ਕਈ ਦਿਨਾਂ ਤੋਂ ਬੈਠੇ ਆ, ਜਿਨ੍ਹਾਂ ਨੂੰ ਭਾਈ ਮਰਦਾਨਾ ਜੀ ਨੇ ਜ਼ੋਰ ਲਾ ਲਿਆ ਸੀ ਮਰ ਜੀ ਦੱਸ ਦਿਓ। ਤੁਹਾਡੇ ਮਾਤਾ ਪਿਤਾ ਪੁੱਛਦੇ ਆ ਵੀ ਗੱਲ ਹੋਈ ਕੀ, ਜਿਹਨੂੰ ਕਦੇ ਗੱਲ ਨਹੀਂ ਦੱਸੀ ਵੀ ਹੋਈ ਕੀ ਹੈ, ਅੱਜ ਉਹ ਪਰਮ ਮਿੱਤਰ ਬਣ ਗਿਆ, ਅੰਦਰੋਂ ਜੁੜ ਗਿਆ। ਤੇ ਗੁਰੂ ਸਾਹਿਬ ਉਹਦਾ ਬਚਨ ਮੰਨ ਕੇ ਉੱਠ ਪਏ। ਕਹਿੰਦੇ ਭੈਣ ਜੀ ਦਾ ਬਚਨ ਤੇ ਰੱਬ ਦਾ ਹੁਕਮ ਸਾਥੋਂ ਕਦੇ ਮੋੜਿਆ ਜਾਣਾ ਨਹੀਂ। ਤੇ ਰਜਾਏ ਹੋ ਮੇਟਵ ਨਾਹੀ, ਇਉ ਭਨ ਚਲੇ ਭਗਨ ਕਰ ਜਾਹੀ। ਇੰਨਾ ਬਚਨ ਕਹਿ ਕੇ ਸਤਿਗੁਰੂ ਚੱਲ ਪਏ। ਤੁਰਦੇ ਤੁਰਦੇ ਮਰਦ ਕਹਿੰਦੇ ਆ ਅਸੀਂ ਕੌਣ ਆ ਭੈਣ ਜੀ ਦਾ ਬਚਨ ਮੋੜਨ ਵਾਲੇ। ਗੱਲ ਭੈਣ ਤੇ ਭਰਾ ਦੀ ਨਹੀਂ, ਗੱਲ ਰੱਬ ਤੇ ਰੱਬ ਦੇ ਪਿਆਰਿਆਂ ਦੀ ਹੈ। ਇਸੇ ਕਰਕੇ ਬਾਣੀ ਕਹਿੰਦੀ ਹੈ ਸਭ ਕੋ ਤੇਰਾ ਵਸ, ਅਗਮ ਅਗੋਚਰਾ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਰੱਬਾ ਸਾਰੀ ਦੁਨੀਆ ਤੇਰੇ ਵਸ ਵਿੱਚ, ਤੇਰੇ ਕਾਬੂ 'ਚ ਹੈ, ਪਰ ਤੂੰ ਆਪਣੇ ਪਿਆਰਿਆਂ ਦੇ ਕਾਬੂ ਵਿੱਚ ਵਸ ਵਿੱਚ ਹੈ, ਤੂੰ ਉਹਨਾਂ ਤੋਂ ਬਾਹਰ ਨਹੀਂ ਹੈ। ਸਤਿਗੁਰ ਕਹਿੰਦੇ ਹੋ ਹੀ ਨਹੀਂ ਸਕਦਾ ਮਰਦਾਨਿਆ ਤੇਰਾ ਤੇ ਭੈਣ ਜੀ ਦਾ ਬਚਨ ਅਸੀਂ ਕਦੇ ਮੋੜ ਜਾਈਏ। ਮੰਦ ਮੰਦ ਜਿਨ ਕੀ ਗਤ ਰੂਰੀ, ਧਰੇ ਜੇ ਧਿਆਨ ਕਾਮਨਾ ਪੂਰੀ। ਜਿਨ੍ਹਾਂ ਦਾ ਧਿਆਨ ਧਰਿਆਂ ਤੋਂ ਹਰ ਕਾਮਨਾ ਭਾਵਨਾ ਪੂਰੀ ਹੋ ਜਾਂਦੀ ਹੈ। ਇਸੇ ਸਾਹਿਬ ਸਤਿਗੁਰੂ ਜੀ ਮਖਮਲੀ ਚਰਨਾਂ ਨਾਲ ਨੰਗੇ ਪੈਰ ਤੁਰੇ ਜਾਂਦੇ ਆ ਬੇਬੇ ਨਾਨਕੀ ਜੀ ਦੇ ਘਰ ਨੂੰ। ਭੈਣ ਉਡੀਕ ਰਹੀ ਸੀ, ਭੈਣ ਜੀ ਨੇ ਬੜਾ ਕੁਝ ਤਿਆਰ ਕੀਤਾ ਹੈ। ਵੇਖੋ ਕਹਿਣ ਵਾਲੇ ਦੇ ਬਚਨਾਂ ਤੇ ਭਰੋਸਾ ਹੈ। ਉਹ ਕਹਿੰਦਾ ਤੁਸੀਂ ਭੋਜਨ ਬਣਾਓ ਮੈਂ ਲੈ ਕੇ ਆਇਆ। ਤੇ ਆਪਣੀਆਂ ਯਾਰੀਆਂ ਕਿੱਦਾਂ ਦੀਆਂ ਹੁੰਦੀਆਂ, ਆਪਾਂ ਕਿਸੇ ਨੂੰ ਕਹੀਏ ਨਾ ਵੀ ਅੱਜ ਘਰ ਜਾਣਾ, ਕਹਿੰਦਾ ਠੀਕ ਹੈ। ਘਰੇ ਵੀ ਕਹਿਤਾ ਵੀ ਰੋਟੀ ਬਣਾਇਓ, ਮਿੱਤਰ ਮੇਰਾ ਆਉਣ ਲੱਗਿਆ ਹੈ, ਅਸੀਂ ਇਕੱਠੇ ਆਵਾਂਗੇ। ਮੌਕੇ ਤੇ ਕਹਿੰਦਾ ਭਰਾਵਾ ਮੈਨੂੰ ਕੰਮ ਹੈ, ਤੂੰ ਜਾਇਆ ਫੇਰ ਸਹੀ ਕਦੇ। ਤੇ ਘਰ ਦੇ ਵੀ ਹੈਰਾਨ ਵੀ ਖੁਰਚਣੇ ਘਸਾਉਂਦੇ ਮਰ ਗਏ ਕੜਛੀਆਂ, ਜੇ ਪਹਿਲਾਂ ਹੀ ਪਤਾ ਹੁੰਦਾ ਦੱਸ ਦਿੰਦਾ। ਇਹੋ ਜੀਆਂ ਤੇ ਯਾਰੀਆਂ, ਇਹੋ ਜੀਆਂ ਤੇ ਮਿੱਤਰਤਾਈਆਂ। ਕੋਈ ਭਰੋਸਾ ਨਹੀਂ ਆਪਣਿਆਂ ਦਾ ਬੇਗਾਨਿਆਂ ਦਾ। ਕਦ ਕਹਿ ਦੇਣ ਵੀ ਮੈਨੂੰ ਕੰਮ ਹੈ, ਕੰਮ ਵੱਡਾ ਤੇ ਤੂੰ ਛੋਟਾ। ਪਰ ਉਸ ਮਹਾਂਪੁਰਖ ਭਾਈ ਮਰਦਾਨੇ ਦਾ ਬਚਨ ਸੀ ਤੇ ਭੈਣ ਨਾਨਕੀ ਜੀ ਨੇ ਤੁਲਸਾਂ ਦਾਸੀ ਨੂੰ ਕਹਿਤਾ ਸੀ ਸੋਹਣਾ ਭੋਜਨ ਤਿਆਰ ਕਰੋ, ਮੇਰਾ ਵੀਰ ਆਉਂਦਾ ਹੈ। ਪਲੰਗੇ ਵਿਛਾਲੇ ਸੀ ਪਹਿਲਾਂ। ਮੰਨ ਲਓ ਜੇ ਭਾਈ ਮਰਦਾਨਾ ਜੀ ਏਡਾ ਵੱਡਾ ਵਿਸ਼ਵਾਸ ਦੇ ਗਏ ਤੇ ਗੁਰੂ ਸਾਹਿਬ ਨਾ ਆਉਂਦੇ ਤੇ ਕਿੰਨੀ ਵੱਡੀ ਸੱਟ ਭੈਣ ਜੀ ਦੇ ਮਨ ਨੂੰ ਲੱਗਦੀ। ਬਿਸਤਰੇ ਵੀ ਵਿਛਾਏ ਬਹਿਣ ਵਾਸਤੇ, ਪਲੰਗੇ ਵੀ ਲਾਏ, ਭੋਜਨ ਵੀ ਤਿਆਰ ਕੀਤਾ ਤੇ ਮਰਦਾਨਿਆ ਤੂੰ ਲਾਰਾ ਲਾ ਗਿਆ। ਗਲਤ ਗੱਲ ਹੈ। ਪਰ ਉਹ ਭਾਈ ਮਰਦਾਨਾ ਵੀ ਅੰਦਰੋਂ ਜਾਣਦਾ ਸੀ ਮੇਰੇ ਗੁਰੂ ਬਾਬਾ ਕਿੰਨਾ ਪ੍ਰੇਮ ਕਰਦੇ ਨੇ, ਉੱਤੇ ਪ੍ਰੇਮ ਦੇ ਵਸ ਨੇ। ਹੱਸਦੇ ਖੇਡਦੇ ਗੱਲਾਂ ਕਰਦੇ ਕਰਦੇ ਨਾ ਭੈਣ ਜੀ ਦੇ ਘਰ ਵੱਲ ਵਧੇ। ਲੋਕ ਵੇਖ ਕੇ ਹੈਰਾਨ, ਕਹਿੰਦੇ ਤੇ ਸਾਧ ਬਣਿਆ ਫਿਰਦਾ ਸੀ, ਹੱਸਦਾ ਫਿਰਦਾ। ਸੱਚੀ ਦੁਨੀਆ ਜਿਉਣ ਨਹੀਂ ਦਿੰਦੀ, ਤੁਸੀਂ ਸਾਧ ਬਣ ਜਾਓ। ਲੋਕੀ ਕਹਿੰਦੇ ਤੂੰ ਹੱਸ ਹੀ ਨਹੀਂ ਸਕਦਾ, ਆਖੋ ਸਤਿਨਾਮ, ਤੂੰ ਬੋਲ ਹੀ ਨਹੀਂ ਸਕਦਾ ਜ਼ਿੰਦਗੀ 'ਚ ਕਿਸੇ ਨਾਲ। ਨਾ ਭਾਈ, ਸਾਧੂਆਂ ਦਾ ਜੀਵਨ ਬੜਾ ਬੇਪਰਵਾਹ ਹੁੰਦਾ ਤੇ ਸਾਧੂ ਬਣਨਾ ਹੀ ਔਖਾ ਹੈ। ਜ਼ਿੰਦਗੀ 'ਚ ਹੱਸਣ ਖੇਡਣ ਆਨੰਦ ਮਾਣਨੇ ਆਏ ਆ, ਰੱਬ ਦਾ ਨਾਮ ਜਪਣ ਆਏ ਆ, ਇਹਦਾ ਕੋਈ ਮੁੱਲ ਨਹੀਂ ਲੱਗਦਾ। ਹੱਸੋ ਤੇ ਹਸਾਓ, ਰੱਬ ਦੇ ਗੀਤ ਗਾਓ ਤੇ ਗਵਾਓ। ਜ਼ਿੰਦਗੀ ਕਿਸੇ ਦੀ ਮੁਤਾਜ ਨਹੀਂ ਹੈ, ਕਿਸੇ ਦੇ ਨੌਕਰ ਨਹੀਂ ਹੋ ਵੀ ਕਿਸੇ ਨੂੰ ਖੁਸ਼ ਕਰਨ ਵਾਸਤੇ ਉਹਦੇ ਇਸ਼ਾਰਿਆਂ ਤੇ ਨੱਚੋ। ਜੋ ਜੀ ਕਰਦਾ ਨਾ ਉਹ ਕਰੋ, ਪਰ ਕਰਿਓ ਉਹ ਜੋ ਰੱਬ ਨੂੰ ਭਾਉਂਦਾ ਹੋਵੇ। ਆਪਣੀਆਂ ਸੱਧਰਾਂ ਤੇ ਆਪਣੀਆਂ ਉਮੀਦਾਂ ਨੂੰ ਕਿਸੇ ਤੋਂ ਡਰ ਡਰ ਕੇ ਦਬਾਓ ਨਾ। ਲੋਕ ਅੱਜ ਤੁਹਾਡੇ ਨਾਲ ਦੇ ਕੱਲ ਨਹੀਂ ਹੋਣਗੇ, ਜਿੰਨਾ ਪਿੱਛੇ ਸਮਾਂ ਬਰਬਾਦ ਕੀਤਾ ਨਾਲ ਖੜਨਗੇ।
ਵੀ ਤੇਰੇ ਪਿੱਛੇ ਮੈਂ ਹੱਸਿਆ ਨਹੀਂ, ਤੇਰੇ ਪਿੱਛੇ ਮੈਂ ਕਿਸੇ ਨਾਲ ਖੇਡਿਆ ਨਹੀਂ, ਤੇਰੇ ਪਿੱਛੇ ਮੈਂ ਆਪਣਾ ਕੰਮਕਾਰ ਨਹੀਂ ਕੀਤਾ ਤੇ ਅੱਜ ਤੂੰ ਛੱਡ ਗਿਆ। ਰੋਂਦੇ ਆ ਨਾ ਲੋਕ। ਪਰ ਬੇਪਰਵਾਹ ਸਤਿਗੁਰੂ ਹੱਸਦੇ ਮੁਸਕਰਾਉਂਦੇ ਘਰ ਕੋਲ ਆ ਗਏ। ਲੋਕੀ ਗੱਲਾਂ ਕਰਦੇ ਆ, ਕਹਿੰਦੇ ਉਦੋਂ ਤੇ ਮੋਦੀ ਖਾਨਾ ਛੱਡ ਗਿਆ ਸੀ, ਸਾਧ ਬਣ ਗਿਆ ਸੀ, ਅੱਜ ਲੈ ਫੇਰ ਤੁਰਿਆ ਫਿਰਦਾ ਪਤਾ ਨਹੀਂ ਕਿਹਦੇ ਨਾਲ, ਆ ਡੂਮ ਮਰਾਸੀ ਲਈ ਫਿਰਦਾ ਇਹਨੂੰ। ਕਹਿੰਦੇ ਭਾਈ ਮਰਦਾਨੇ ਨੂੰ ਬੋਲੀਆਂ ਮਾਰੀਆਂ ਵੀ ਮਰਾਸੀ ਤੁਰਿਆ ਫਿਰਦਾ ਨਾਲ। ਕਹਿੰਦੇ ਮਰਾਸੀਆਂ ਦੇ ਯਾਰ ਵੀ ਫਿਰ ਉਹੇ ਜੀ ਹੋਏ, ਆਖੋ ਸਤਨਾਮ। ਇੱਥੋਂ ਤੱਕ ਲੋਕੀ ਬੋਲਦੇ ਰਹੇ ਆ, ਪਰ ਮੇਰੇ ਬਾਬੇ ਨੂੰ ਕੋਈ ਫਰਕ ਨਹੀਂ ਹੈ। ਮੁਸਕਰਾਉਂਦੇ ਹੋਏ ਭਾਈ ਮਰਦਾਨੇ ਨਾਲ ਪਿਆਰ ਦੇ ਬਚਨਾਂ 'ਚ ਭਿੱਜੇ ਹੋਏ ਘਰ ਦੀ ਦਹਲੀਜ਼ ਤੇ ਆ ਗਏ। ਗਵਨਤ ਮਰਦਾਨਾ ਪਛਚਾਤੇ, ਸੁਣੋ ਕਥਾ ਸਰਬੈ ਸੁਖ ਦਾਤੇ। ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਅੱਗੇ, ਭਾਈ ਮਰਦਾਨਾ ਜੀ ਪਿੱਛੇ ਪਿੱਛੇ। ਸਾਰੇ ਜੀਵਨ ਵਿੱਚ ਭਾਈ ਮਰਦਾਨਾ ਕਦੇ ਸਤਿਗੁਰਾਂ ਤੋਂ ਅੱਗੇ ਹੋ ਕੇ ਨਹੀਂ ਤੁਰਿਆ, ਨਾ ਭਾਈ ਬਾਲਾ। ਕਥਾ ਸੁਣਦੇ ਹੋ ਇਹ ਚੀਜ਼ਾਂ ਵੀ ਧਿਆਨ 'ਚ ਰੱਖਿਆ ਕਰੋ। ਇੰਨਾ ਅਦਬ ਕਰਦੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਚਾਹ ਕੇ ਸੁਪਨੇ ਵਿੱਚ ਵੀ ਕਦੇ ਉਹਨਾਂ ਪਿੱਠ ਨਹੀਂ ਵਿਖਾਈ ਗੁਰੂ ਸਾਹਿਬ ਨੂੰ। ਜਦ ਵੀ ਮਹਾਰਾਜ ਨੇ ਤੁਰਨਾ, ਗੁਰੂ ਨਾਨਕ ਸਾਹਿਬ ਅੱਗੇ ਅੱਗੇ, ਬਾਲਾ ਮਰਦਾਨਾ ਪਿੱਛੇ ਪਿੱਛੇ। ਅਸੀਂ ਕੀ ਬਣਾਇਆ ਵੀ ਭਾਈ ਮਰਦਾਨਾ ਖੱਬੇ, ਭਾਈ ਬਾਲਾ ਸੱਜੇ, ਅੱਗੇ ਅੱਗੇ ਤੇ ਗੁਰੂ ਸਾਹਿਬ ਪਿੱਛੇ ਪਿੱਛੇ। ਨਹੀਂ, ਗੁਰੂ ਸਾਹਿਬ ਅੱਗੇ ਚੱਲਦੇ ਸੀ, ਭਾਈ ਬਾਲਾ ਮਰਦਾਨਾ ਮਹਾਰਾਜ ਤੋਂ ਹਮੇਸ਼ਾ ਪਿੱਛੇ ਰਹਿੰਦੇ ਸੀ। ਜਦੋਂ ਇਤਿਹਾਸ ਸੁਣੋਗੇ ਪਤਾ ਲੱਗਣਾ ਮਹਾਰਾਜ ਕਿੰਨਾ ਸਤਿਕਾਰ ਕਰਦੇ ਸੀ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਨਾਲ ਨਾਲ ਪਿੱਛੇ ਪਿੱਛੇ ਚੱਲਦੇ ਸੀ ਗੁਰੂ ਅਮਰਦਾਸ ਮਹਾਰਾਜ, ਜਦੋਂ ਗੁਰੂ ਨਹੀਂ ਸੀ ਬਣੇ। ਇੱਕ ਦਿਨ ਸਹਿਜ ਸੁਭਾਅ ਤੁਰਦੇ ਆ ਨਾ, ਖੱਬੇ ਹੱਥ ਸੱਜੀ ਬਾਂਹ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਰਫ ਐਦਾਂ ਹੋ ਗਈ ਅੱਗੇ ਗੁਰੂ ਅੰਗਦ ਦੇ ਮਹਾਰਾਜ ਤੋਂ। ਉਸੇ ਦਿਨ ਤੋਂ ਬਾਅਦ ਉਸ ਬਾਂਹ ਨੂੰ ਕਹਿਤਾ, ਤੂੰ ਮੇਰੇ ਸਤਿਗੁਰ ਦਾ ਨਰਾਦਰ ਕੀਤਾ ਹੈ, ਜਾਂ ਅੱਜ ਤੋਂ ਤੇਰਾ ਖਹਿੜਾ ਛੱਡਿਆ। ਆਖੋ ਸਤਨਾਮ। ਰਹਿੰਦੇ ਸਵਾਸਾਂ ਤੱਕ ਗੁਰੂ ਅਮਰਦਾਸ ਮਹਾਰਾਜ ਨੇ ਉਸ ਬਾਂਹ ਤੋਂ ਕੰਮ ਨਹੀਂ ਲਿਆ। ਐਡਾ ਵੱਡਾ ਰੁਤਬਾ। ਤੇ ਮੇਰੇ ਵਰਗਾ ਕਿਲੋ ਕੜਾ ਲੈ ਕੇ ਗੁਰਦੁਆਰੇ ਪਿੱਠ ਕਰਕੇ ਮਹਾਰਾਜ ਨੂੰ ਮੱਥਾ ਟੇਕਾਉ ਜਾਂਦਾ। ਮੈਂ ਵਿੱਚ ਹੀ ਆ, ਮੈਂ ਕਿਹੜਾ ਬਾਹਰ ਆ। ਕੋਸ਼ਿਸ਼ ਕਰੀਏ ਕਦੇ ਸੁਪਨੇ ਵਿੱਚ ਵੀ ਮਹਾਰਾਜ ਨੂੰ ਪਿੱਠ ਨਾ ਹੋਵੇ। ਕੋਸ਼ਿਸ਼, ਇਹ ਨਹੀਂ ਕਿਹਾ ਵੀ ਪੱਕਾ ਕਰ ਲਓ, ਕੋਸ਼ਿਸ਼ ਤੇ ਕਰ ਸਕਦੇ ਹਨ ਵੀ ਮਹਾਰਾਜ ਨੂੰ ਪਿੱਠ ਕਰਕੇ ਕਦੇ ਨਾ ਤੁਰੀਏ। ਸਹਿਜ ਸੁਭਾਅ ਹੋ ਜਾਂਦੀ ਸਾਡੇ ਤੋਂ। ਗੁਰੂ ਅਮਰਦਾਸ ਮਹਾਰਾਜ ਸੇਵਾਦਾਰ ਸਨ ਉਹਨਾਂ ਸਮਿਆਂ 'ਚ। ਆਪਣੀ ਬਾਂਹ ਇੱਕ ਵਾਰ ਅੱਗੇ ਆਈ ਹੈ, ਕਦੇ ਉਹ ਬਾਂਹ ਤੋਂ ਕੰਮ ਨਹੀਂ ਲਿਆ। ਇਤਿਹਾਸ ਲਿਖ ਰਿਹਾ। ਗੁਰੂ ਅੰਗਦ ਦੇ ਪਾਤਸ਼ਾਹ ਨੇ ਵੀ ਇੱਦਾਂ ਹੀ ਕੀਤਾ ਸੀ, ਉਹਨਾਂ ਦਾ ਵੀ ਪੜ੍ਹ ਕੇ ਵੇਖਿਓ। ਉਸ ਬਾਂਹ ਤੋਂ ਹੀ ਕੰਮ ਲੈਣਾ ਬੰਦ ਕਰਤਾ ਵੀ ਇਹ ਮਹਾਰਾਜ ਦਾ ਨਰਾਦਰ ਕਰਕੇ ਆਈ ਹੈ। ਇੱਧਰ ਭਾਈ ਮਰਦਾਨਾ ਸਤਿਗੁਰਾਂ ਤੋਂ ਸਦਾ ਪਿੱਛੇ 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 ਰਹਿੰਦੇ, ਕਦੇ ਅੱਗੇ ਨਹੀਂ ਗਏ, ਹਮੇਸ਼ਾ ਪਿੱਛੇ। ਗੁਰੂ ਸਾਹਿਬ ਨੇ ਬਾਂਹ ਫੜ ਕੇ ਅੱਗੇ ਕਰ ਦੇਣਾ, ਮਰਦਾਨੇ ਅੱਗੇ ਹੋ ਨਾਲ ਚੱਲ। ਨਹੀਂ ਮਹਾਰਾਜ ਤੁਸੀਂ ਅੱਗੇ ਸਹੀ, ਮੈਂ ਪਿੱਛੇ। ਆਪ ਤੋਂ ਵੱਡਿਆਂ ਦਾ ਸਤਿਕਾਰ ਇਹੀ ਹੁੰਦਾ ਹੈ, ਜਦੋਂ ਤੁਰਦੇ ਹੁਣ ਹਮੇਸ਼ਾ ਖੱਬੇ ਹੱਥ ਤੁਰੋ ਤੇ ਪਿੱਛੇ ਤੁਰੋ। ਵੱਡਾ ਕੋਈ ਉਮਰਾਂ ਕਰਕੇ ਨਹੀਂ ਹੁੰਦਾ, ਵੱਡਾ ਹੁੰਦਾ ਰੱਬ ਦੀ ਰਹਿਮਤ ਕਰਕੇ, ਕਿਰਪਾ ਕਰਕੇ। ਭਾਈ ਮਰਦਾਨਾ ਪਿੱਛੇ ਪਿੱਛੇ ਆਉਂਦੇ ਰਹੇ, ਸਤਿਗੁਰ ਅੱਗੇ ਜਾ ਕੇ ਦਰਵਾਜ਼ੇ 'ਤੇ ਖੜ੍ਹ ਗਏ। ਭੈਣ ਨਾਨਕੀ ਬੜੇ ਲੰਮੇ ਸਮੇਂ ਤੋਂ ਮਹਾਰਾਜ ਦੀ ਉਡੀਕ ਕਰ ਰਹੇ ਸੀ। 1.5 ਘੰਟਾ ਹੋ ਗਿਆ, ਅਜੇ ਤੱਕ ਨਹੀਂ ਸਤਿਗੁਰ ਆਏ। ਭਾਈ ਬਾਲਾ ਜੀ ਕਹਿੰਦੇ ਮੈਂ ਇਸ ਪ੍ਰਸੰਗ ਨੂੰ ਸਤਿਗੁਰਾਂ ਨੂੰ ਸੁਣਾ ਰਿਹਾ ਸੀ। ਗੁਰੂ ਅੰਗਦ ਦੇ ਮਹਾਰਾਜ ਆਨੰਦ ਵਿੱਚ ਲੀਨ ਹੋ ਗਏ ਸੁਣਦੇ ਸੁਣਦੇ। ਤੇ ਕਵੀ ਸੰਤੋਖ ਸਿੰਘ ਇਸ ਇਤਿਹਾਸ ਦੇ ਪ੍ਰਸੰਗ ਨੂੰ ਸਮਾਪਤ ਕਰਦੇ ਆ। ਅਗਲੇ ਪ੍ਰਸੰਗ ਦੀ ਆਰੰਭਤਾ ਮੰਗਲਾ ਚਰਨ ਉਚਾਰ ਕੇ ਕਰਦੇ ਨੇ। ਦਵਈਆ ਛੰਦ ਚਰਨ ਕਮਲ ਕਲ ਮਲ ਨਿਵਾਰਨ, ਔਰ ਧਰ ਧਿਆਨੈ ਤਿਨ ਕੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਚਰਨਾਂ ਕਮਲਾਂ ਨੂੰ ਹਿਰਦੇ 'ਚ ਧਿਆਇਆਂ ਤੋਂ ਹੀ ਪਾਪ ਚਲੇ ਜਾਂਦੇ ਨੇ, ਕਹਿੰਦੇ ਉਹਨਾਂ ਦਾ ਧਿਆਨ ਮੈਂ ਹਿਰਦੇ ਵਿੱਚ ਰੱਖਾਂ, ਸਦਾ ਚੇਤੇ ਕਰਾਂ। ਗੁਰੂ ਬੜਾ ਡੱਢ ਹੈ, ਗੁਰੂ ਬੜਾ ਬੇਅੰਤ ਹੈ। ਗੁਰੂ ਦੇ ਚਰਨਾਂ ਨੂੰ ਪਰਸਿਆਂ ਤੋਂ ਹੀ ਜੀਵਨ ਦਾ ਉਧਾਰ ਹੋ ਜਾਂਦਾ। ਗੁਰੂ ਨੂੰ ਮਿਲਣਾ ਤੇ ਬੜੀ ਵੱਡੀ ਗੱਲ ਹੈ। ਕਿਤੇ ਸਤਿਗੁਰ ਦੇ ਚਰਨ ਵੀ ਜੀਵਨ ਵਿੱਚ ਆ ਜਾਣ ਨਾ, ਕਿਤੇ ਚਰਨਾਂ ਨੂੰ ਛੋਹ ਵੀ ਲਈਏ, ਜੀਵਨ ਪਲਟ ਜਾਂਦਾ ਏ। ਸ਼੍ਰੀ ਨਾਨਕ ਇਤਿਹਾਸ ਬਖਾਨੋ, ਦੁਖ ਨਾਸ਼ਨ ਪ੍ਰਣ ਜਿਨ ਕੋ। ਜਿਨ੍ਹਾਂ ਸਤਿਗੁਰਾਂ ਦਾ ਮੈਂ ਇਤਿਹਾਸ ਵਰਣਨ ਕਰਦਾ, ਕਵੀ ਜੀ ਕਹਿੰਦੇ ਦੁੱਖ ਨਾਸਣ ਪ੍ਰਣ ਇਨਕੋ। ਉਹਨਾਂ ਦਾ ਪ੍ਰਣ ਹੈ। ਜਿਨੇ ਜਿਨੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਸੁਣਿਆ ਤੇ ਗਾਇਆ, ਸਦਾ ਦੁੱਖ ਨਾਸ਼ ਹੋ ਗਏ। ਆਖੋ ਸਤਨਾਮ। ਉਹ ਦੁਖੀ ਨਹੀਂ ਹੁੰਦਾ ਕਦੇ, ਜਿਸ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਜੇ। ਹੁਣ ਮੇਰੇ ਵਰਗਾ ਕਹੂ ਜੀ ਮੈਂ ਤੇ 4 ਕਥਾ ਸੁਣਾਤੀਆਂ ਗੁਰੂ ਨਾਨਕ ਸਾਹਿਬ ਦੀਆਂ, ਮੈਂ ਤੇ ਰੋਂਦਾ ਹੀ ਰਹਿਣਾ ਰੋਜ਼। ਤੇ ਤੁਹਾਡੇ ਵਰਗੇ ਕਹਿਣਗੇ ਅਸੀਂ ਤੇ ਬੜੀ ਵਾਰ ਸੁਣੀਆਂ ਜੀ, ਬੜੀਆਂ ਥਾਵਾਂ ਤੇ ਬਾਬਾ ਜੀ, ਫਰਕ ਤੇ ਪਿਆ ਨਹੀਂ। ਭਾਈ
ਜਿਨ੍ਹਾਂ ਨੇ ਹਿਰਦੇ ਕਰਕੇ ਸੁਣੀ ਆ ਨਾ, ਕਮਾਈ ਹੈ, ਨਾ ਅੱਜ ਦੁਖੀ ਨੇ, ਨਾ ਕੱਲ ਦੁਖੀ, ਤੇ ਨਾ ਕਦੇ ਦੁਖੀ ਹੋਣਗੇ। ਹਿਰਦੇ ਤੋਂ ਸੁਣੀ ਹੈ, ਐ ਕੰਨਾਂ ਕਰਕੇ ਤੇ ਸਾਰੀ ਦੁਨੀਆ ਸੁਣਦੀ ਹੈ। ਲੋਕ ਬਹੁਤ ਕੋਈ ਯਾਦ ਕਰੀ ਫਿਰਦੇ ਸਾਡੇ ਵਰਗੇ, ਜੋ ਮਰਜ਼ੀ ਪੁੱਛ ਲਓ, ਫਿਰ ਕੀ ਹੋ ਗਿਆ? ਜਿੱਦਣ ਹਿਰਦਾ ਚੇਤੇ ਰੱਖੂ ਗੱਲ ਉਦਣ ਬਣਨੀ ਹੈ। ਕਵੀ ਜੀ ਕਹਿੰਦੇ ਐਸੇ ਸਤਿਗੁਰੂ ਜਿਨ੍ਹਾਂ ਦਾ ਪ੍ਰਾਣ ਹੈ, ਜਿਹੜਾ ਉਹਨਾਂ ਕੋਲ ਗਿਆ ਉਹਦੇ ਦੁੱਖ ਖੋਹ ਲੈਂਦੇ ਨੇ। ਦੁਨੀਆ ਕੀ ਖੋਹਦੀ? ਦੁਨੀਆ ਤੁਹਾਡੀ ਜੇਬ ਦੇਖਦੀ ਹੈ, ਲੋਕ ਤੁਹਾਡੀ ਔਕਾਤ ਵੇਖਦੇ ਆ, ਲੋਕ ਤੁਹਾਡੀ ਮਾਇਆ ਵੇਖਦੇ ਆ, ਲੋਕ ਤੁਹਾਡੀ ਰੈਪੂਟੇਸ਼ਨ ਵੇਖਦੇ ਆ, ਪਰ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਪਤਾ ਕੀ ਵੇਖਦੇ ਆ? ਇਹਦੇ ਕੋਲ ਦੁੱਖ ਕਿੰਨੇ ਕਿੰਨੇ, ਆਖੋ ਸਤਨਾਮ ਐਸਾ ਪਿਆਰਾ ਸੱਜਣ ਹੈ। ਉਹ ਕਹਿੰਦਾ ਸਿੱਖਾ ਦੁੱਖ ਮੈਨੂੰ ਦੇ ਜਾ, ਸੁੱਖ ਮੇਰੇ ਕੋਲੋਂ ਲੈ ਜਾ, ਤੂੰ ਕਦੇ ਦੁਖੀ ਨਾ ਹੋਵੀਂ। ਸ਼੍ਰੀ ਬਾਲਾ ਸੰਦਰਵਾਚ ਸੁਸਾ ਵਾਸ ਗਏ ਸੁਖ ਰਾਸੇ, ਮਿਲੀ ਸੋਦਰੀ ਹਿਤ ਸੋ। ਅੱਗੇ ਪ੍ਰਸੰਗ ਦੀ ਆਰੰਭਤਾ ਕਰਦੇ ਸ਼੍ਰੀ ਬਾਲਾ ਸੰਦਰਬਾਜ ਭਾਈ ਬਾਲਾ ਜੀ ਸੁਣਾ ਰਹੇ ਨੇ। ਗੁਰੂ ਅੰਗਦ ਦੇਵ ਮਹਾਰਾਜ ਆਨੰਦ ਵਿੱਚ ਬੈਠੇ ਸੁਣਦੇ ਆ। ਕਹਿੰਦੇ ਸਤਿਗੁਰੂ ਜਦੋਂ ਦਹਲੀਜ਼ ਤੇ ਆਏ, ਅਚਨਚੇਤ ਝਲਕਾਰਾ ਪਿਆ ਬੇਬੇ ਨਾਨਕੀ ਨੂੰ ਵੀ ਸਤਿਗੁਰ ਆ ਗਏ। ਨੰਗੇ ਚਰਨ ਭੈਣ ਨਾਨਕੀ ਦੌੜ ਕੇ ਆਈ। ਅੱਗੇ ਜਿਹੜਾ ਪੁਰਾਣਾ ਜ਼ਮਾਨਾ ਸੀ ਨਾ, ਕਦੇ ਪੜ੍ਹ ਕੇ ਵੇਖੋ ਕਿੰਨੇ ਚੰਗੇ ਜ਼ਮਾਨੇ ਸੀ। ਹੁਣ ਤੇ ਭੈਣ ਭਰਾ ਦਾ ਭਰਜਾਈ ਦਾ ਨਹੀਂ ਪਤਾ ਲੱਗਦਾ, ਕਿਸੇ ਦਾ ਨਹੀਂ ਪਤਾ, ਲੋਕ ਜੱਫੀਆਂ ਪਾਪਾ ਮਿਲਦੇ ਆ। ਅੱਗੇ ਰੁਤਬੇ ਸੀ, ਭਰਾ ਜਦ ਭੈਣ ਨੂੰ ਮਿਲਦਾ ਸੀ ਸਿਰ ਤੇ ਹੱਥ ਰੱਖ ਕੇ ਮਿਲਦਾ ਸੀ, ਸਰੀਰ ਕਦੇ ਛੋਏ ਨਹੀਂ ਸੀ ਜਾਂਦੇ। ਪੁਰਾਣੇ ਬਜ਼ੁਰਗ ਐਵੇਂ ਨਹੀਂ ਸੀ, ਉਹ ਸਿਆਣੇ ਤਾਂ ਹੀ ਕਿਹਾ ਜਾਂਦਾ ਸੀ ਉਹਨਾਂ ਨੂੰ। ਜਿਹੜੀਆਂ ਸਿਆਣਪਾਂ ਉਹਨਾਂ ਕੋਲੇ ਸੀ। ਦੁਨੀਆ ਅੱਜ ਸੋਚਦੀ ਹੈ ਵੀ ਉਦੋਂ ਜ਼ਮਾਨਾ ਕਿੰਨਾ ਚੰਗਾ ਸੀ, ਉਦੋਂ ਰਿਸ਼ਤਿਆਂ ਦੀਆਂ ਕਦਰਾਂ ਸੀ, ਕੀਮਤਾਂ ਸਨ। ਹੁਣ ਕਿਹੜੀਆਂ ਨੇ? ਬੇਬੇ ਨਾਨਕੀ ਭੱਜ ਕੇ ਗਏ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਭਰਾ ਅਤੇ ਪਿਤਾ ਧੀਆਂ ਤੋਂ ਕਦੇ ਪੈਰੀ ਹੱਥ ਨਹੀਂ ਸੀ ਲਵਾਉਂਦੇ। ਅੱਜ ਕੱਲ੍ਹ ਤੇ ਸ਼ਾਨ ਨਾਲ ਖੜੇ ਹੁੰਦੇ, ਪੁੱਤ ਲਾ ਪੈਰੀ ਹੱਥ, ਵੱਡੀ ਨੇ ਲਾ ਤੇ ਤੂੰ ਕਿਉਂ ਨਹੀਂ ਲਾਏ? ਹੁਣ ਤੇ ਉਹ ਗੱਲਾਂ ਹੀ ਨਹੀਂ। ਅੱਗੇ ਮੰਨਿਆ ਜਾਂਦਾ ਸੀ ਔਰਤ ਪੈਰੀ ਹੱਥ ਨਾ ਲਾਵੇ, ਤੇ ਅੱਜ ਕੱਲ੍ਹ ਦੇ ਸਾਧ ਬਾਬੇ ਘਾਉਣ ਵਾਲੇ ਤੇ ਲੱਤਾਂ ਅੱਗੇ ਰੱਖ ਲੈਂਦੇ ਆ ਤੇ ਕਹਿੰਦੇ ਅਸੀਂ ਥੋੜ੍ਹੀ ਲਵਾਉਣੇ, ਆਪ ਹੀ ਲਾਈ ਜਾਂਦੇ ਆ। ਪੁੱਤ ਜਿੱਦਣ ਪੈਣਿਆ ਨਾ ਗੋਡਿਆਂ 'ਚ ਕੋੜ, ਉਧਰ ਇਹਨਾਂ ਲੋਕਾਂ ਨੇ ਵੀ ਫਿਰ ਹਾਲ ਨਹੀਂ ਪੁੱਛਣਾ। ਜਦੋਂ ਬੰਦਾ ਇਹ ਕੰਮ ਕਰਦਾ ਨਾ ਤੇ ਫਿਰ ਵੇਖੋ ਕਿੱਥੇ ਜਾਂਦਾ ਹੈ। ਜਦ ਦੁਨੀਆ ਤੁਹਾਡੇ ਪੈਰੀ ਹੱਥ ਲਾ ਜੇ ਨਾ, ਤੁਹਾਡਾ ਕੀਤਾ 7 ਬਾਣੀਆਂ ਦਾ ਨਿਤਨੇਮ ਖਤਮ, ਤੁਹਾਡੀ ਜ਼ਿੰਦਗੀ ਦੀ ਕਮਾਈ ਖਤਮ। ਉਹ ਆਪਣਾ ਸਿਰ ਦਾ ਭਾਰ ਝੁੱਕ ਕੇ ਤੁਹਾਡੇ ਪੈਰਾਂ 'ਚ ਸੁੱਟ ਗਿਆ ਤੇ ਤੁਹਾਡੇ ਸੁੱਖ ਤੇ ਆਨੰਦ ਤੇ ਸੇਵਾ ਲੁੱਟ ਕੇ ਲੈ ਗਿਆ। ਆਖੋ ਸਤਨਾਮ। ਇਹੀ ਕਾਰਨ ਸੀ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੱਜ 1 ਜੂਨ ਦਾ ਦਿਨ ਆ, ਤੇ ਜਦ ਕੋਈ ਗੋਡੀ ਹੱਥ ਲਾਉਣਾ ਹੁੰਦਾ ਸੀ, ਲੋਹੇ ਦਾ ਤੀਰ ਮਾਰਦੇ ਸੀ ਗੋਡਿਆਂ ਤੇ। ਕਦੇ ਪੜ੍ਹਿਓ ਇਤਿਹਾਸ ਉਹਨਾਂ ਦਾ, ਵੇਖਿਓ ਵੀਡੀਓ ਉਹਨਾਂ ਦੀਆਂ, ਨਾਲ ਰਹੀ ਪੁੱਛਿਓ ਉਹਨਾਂ ਨੂੰ। ਤੇ ਅੱਜ ਕੱਲ੍ਹ ਮੇਰੇ ਵਰਗਾ ਸ਼ਤੀਰ ਵਰਗੀਆਂ ਲੱਤਾਂ ਅੱਗੇ ਕਰ ਲੈਂਦਾ, ਲੈ ਬੀਬਾ ਲਾ ਪੈਰੀ ਹੱਥ, ਤੇ ਨਾ ਬਾਬੇ ਨੇ ਰਹਿਣਾ ਤੇ ਨਾ ਰਹਿਣਾ ਬੀਬਾ ਨੇ। ਪਾਪਾਂ ਨੇ ਐਸੀ ਪੰਡ ਸਿਰ ਤੇ ਰੱਖ ਲੈਣੀ ਤੇ ਜੀਵਨ ਗਰਕ ਜਾਂਦਾ ਏ। ਪਾਪ ਕਮਾਵਦੇ ਆ ਤੇਰਾ ਕੋਈ ਨਾ ਬੇਲੀ ਰਾਮ, ਇਹ ਪਾਪ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਨਾ ਭੈਣ ਜੀ ਮੱਥਾ ਟੇਕਣ ਲੱਗੇ, ਮਹਾਰਾਜ ਭੱਜ ਕੇ ਪਿੱਛੇ ਹੋ ਗਏ ਇੱਕਦਮ। ਕਿਉਂ ਪੈਰੀ ਹੱਥ? ਜਿਹੜੀਆਂ ਜੁੜੀਆਂ ਰੂਹਾਂ ਨੇ ਨਾ, ਮਹਾਂਪੁਰਖ ਬੰਦਗੀ ਵਾਲੇ, ਉਹ ਲੋਕਾਂ ਦਾ ਇਸ਼ਾਰਾ ਵੇਖ ਲੈਂਦੇ, ਪੈਰੀ ਹੱਥ ਲਾਣ ਆਊ, ਵੱਟ ਕੇ ਪਾਸਾ ਘੁੰਮ ਜਾਂਦੇ ਨੇ ਪਰਾਂ ਦੀ। ਜਿਹੜਾ ਪੈਰੀ ਹੱਥ ਲਾਵੇ ਕਹਿੰਦੇ ਬਾਹਰ ਚੱਲ, ਓਏ ਤੂੰ ਕੀ ਲੱਗਦਾ, ਤੈਨੂੰ ਇੰਨਾ ਨਹੀਂ ਪਤਾ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਹਨੂੰ ਮੱਥਾ ਟੇਕਣਾ ਹੈ, ਕਿਹਦੇ ਪੈਰੀ ਹੱਥ ਲਾਉਣੇ ਆ? ਨਾ ਭਾਈ ਨਾ, ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨੇ, ਹੋਰ ਕੋਈ ਗੁਰੂ ਨਹੀਂ ਹੈ। ਰੱਬ ਦੇ ਪਿਆਰਿਆਂ ਦਾ ਸਤਿਕਾਰ ਕਰੀਦਾ, ਅਦਬ ਕਰੀਦਾ, ਫਤਿਹ ਬੁਲਾਈ ਦੀ ਸੀਸ ਝੁਕਾਈਦਾ। ਕੋਈ ਬਜ਼ੁਰਗ ਹੋਵੇ ਤੇ ਪੈਰੀ ਹੱਥ ਲਾਵੇ, ਪਰ ਲਵਾਉਣ ਵਾਲਾ ਐਸਾ ਹੋਵੇ ਮੇਰੇ ਗੁਰੂ ਨਾਨਕ ਸਾਹਿਬ ਵਰਗਾ। ਸਾਰੇ ਜੀਵਨ ਵਿੱਚ ਤੁਸੀਂ ਕਥਾ ਸੁਣਦੇ ਜਾ ਰਹੇ ਹੋ ਨਾ, ਕਦੇ ਨਹੀਂ ਮਰਦ ਨੇ ਕਿਹਾ ਪਹਿਲਾਂ ਪੈਰੀ ਮੱਥਾ ਟੇਕ ਤੈਨੂੰ ਤਾਂ ਉਪਦੇਸ਼ ਦਊਂ। ਉਹ ਧੱਕੇ ਨਾਲ ਟੇਕ ਜਾਂਦੇ ਸੀ। ਉਹ ਰੱਬ ਸਨ, ਪਰਮਾਤਮਾ ਸਨ। ਜਦੋਂ ਬੇਬੇ ਨਾਨਕੀ ਨੇ ਨਮਸਕਾਰ ਕੀਤੀ, ਮਰਦ ਹਰ ਵੇਲੇ ਦਹਲੀਜ਼ ਤੋਂ ਪਿੱਛੇ ਹੋ ਜਾਂਦੇ ਸੀ, ਸੋਚਦੇ ਸੀ ਇਹ ਸਾਡੇ ਤੋਂ ਵੱਡੇ ਆ, ਇਹ ਭੈਣ ਜੀ ਨੇ, ਕਿਉਂਕਿ ਭੈਣ ਦਾ ਰੁਤਬਾ ਮਾਂ ਵਰਗਾ ਹੁੰਦਾ ਹੈ। ਤੇ ਪੁੱਤ ਕਦੇ ਮਾਂ ਤੋਂ ਪੈਰੀ ਹੱਥ ਲਵਾਉਂਦਾ ਜੀ? ਲਾਉਂਦਾ ਹੈ। ਮਰਦ ਸੱਚੇ ਪਾਤਸ਼ਾਹ ਨੇ ਇੱਕਦਮ ਪਿੱਛੇ ਹੋ ਕੇ ਆਪਾ ਬਚਾਅ ਕੀਤਾ ਤੇ ਭੈਣ ਜੀ ਦੇ ਚਰਨੀ ਮੱਥਾ ਟੇਕਦਾ। ਸਾਡੇ ਦੱਸੇ ਸਤਿਗੁਰਾਂ ਦੇ ਜੀਵਨ ਵਿੱਚ ਤੁਹਾਨੂੰ ਇਹ ਸੁਣਨ ਨੂੰ ਮਿਲੂ, ਇਹ ਨੇ ਜੀਵਨ ਦੀਆਂ ਕਦਰਾਂ ਕੀਮਤਾਂ। ਕੱਲੀਆਂ ਸਾਖੀਆਂ ਇਤਿਹਾਸ ਨਹੀਂ, ਇਹਨਾਂ 'ਚੋਂ ਇਹ ਸਿੱਖਣ ਨੂੰ ਮਿਲਦਾ ਮਰਦ ਨੇ ਵੱਡਿਆਂ ਦਾ ਸਤਿਕਾਰ ਕਿੱਦਾਂ ਕੀਤਾ, ਛੋਟਿਆਂ ਨੂੰ ਪਿਆਰ ਕਿੱਦਾਂ ਦਿੱਤਾ। ਅੱਜ ਦੋਨੇ ਚੀਜ਼ਾਂ ਮਾਫ ਕਰਿਓ ਸਾਡੀ ਸਿੱਖ ਕੌਮ ਕੋਲ ਨਹੀਂ ਨੇ। ਇਹ ਦੁਖਾਂਤ ਹੈ ਸਾਡਾ।
ਸਾਡੇ ਕੋਲ ਕੇਵਲ ਕੱਟੜਵਾਦ ਹੈ, ਸਾਡੇ ਕੋਲ ਕੇਵਲ ਹੰਕਾਰ ਹੈ, ਸਿਰਫ ਹਉਮੈ ਹੈ। ਇਹੀ ਕਾਰਨ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਨਹੀਂ ਬਣਾ ਸਕੇ। ਪਿਆਰ ਹੀ ਨਹੀਂ ਕੀਤਾ ਛੋਟਿਆਂ ਨੂੰ, ਗਲ ਲਾਇਆ ਹੀ ਨਹੀਂ। ਜਿੱਥੇ ਵੇਖੋ ਕਿਸੇ ਗੁਰਦੁਆਰੇ ਚਲ ਜਾਓ, ਇੱਥੇ ਨਹੀਂ ਅਮਰੀਕਾ ਕੈਨੇਡਾ ਪ੍ਰਬੰਧਕ ਕਮੇਟੀ 'ਚ ਕੌਣ ਹੋਣਗੇ? ਜਿਨ੍ਹਾਂ ਦੇ ਦੰਦ ਵੀ ਨਕਲੀ ਲਵਾਏ ਹੁੰਦੇ ਆ, ਉਹ ਫਿਰਦੇ ਹੁੰਦੇ ਆ। ਉਹ ਰੋਹ ਮਾਰਨਗੇ ਗ੍ਰੰਥੀਆਂ, ਪਾਠੀਆਂ ਤੇ ਹੋਰ ਗੁਰੂ ਕੇ ਸਿੰਘਾਂ ਤੇ, ਸੇਵਾਦਾਰਾਂ ਤੇ, ਸੰਗਤਾਂ ਤੇ, ਵੀ ਪ੍ਰਧਾਨ ਜੀ ਦਾ ਹੁਕਮ ਆ ਉਹੀ ਚੱਲੂਗਾ। ਤੇ ਪ੍ਰਧਾਨ ਨੇ ਕਦੇ ਨਿਤਨੇਮ ਕੀਤਾ, ਕਦੇ ਜਪਜੀ ਦਾ ਜਾਪ ਕੀਤਾ, ਦਾੜੀ ਰੰਗ ਦਾ ਕਿੰਨੀ ਵਾਰੀ। ਅੱਜ ਹਾਲ ਇਹ ਆ ਸਾਡੀ ਕੌਮ 'ਚ। ਇਹੀ ਕਾਰਨ ਹੈ ਅੱਜ ਸਾਡੇ ਬੱਚੇ ਡੇਰਿਆਂ ਨਾਲ ਜੁੜਦੇ ਜਾਂਦੇ ਆ, ਕਈ ਕ੍ਰਿਸਚਨ ਹੁੰਦੇ ਜਾਂਦੇ ਆ, ਉਹਨਾਂ 'ਚ ਪਿਆਰ ਮਿਲਦਾ ਹੈ, ਉਹ ਇਕੱਠੇ ਬਹਿੰਦੇ ਆ। ਅਸੀਂ ਨਹੀਂ ਬਹਿ ਸਕਦੇ, ਸਾਡੇ 'ਚ ਪਿਆਰ ਹੀ ਨਹੀਂ ਹੈ। ਸਾਡੇ ਬੱਚੇ ਕਦੇ ਗੁਰਦੁਆਰੇ ਆਉਂਦੇ ਆ ਜੀ? ਕਿਸੇ ਗੁਰੂ ਘਰ ਚਲੇ ਜਾਓ, ਕਥਾ ਕੀਰਤਨ ਵੇਖ ਲਓ, ਬੱਚੇ ਨਹੀਂ ਮਿਲਣਗੇ, ਬਜ਼ੁਰਗ ਮਿਲਣਗੇ। ਇਹ ਕਿਉਂ? ਕਦੇ ਚਿੰਤਾ ਕੀਤੀ ਹੈ? ਨਹੀਂ। ਕੀ ਲੋੜ ਹੈ? ਪਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੱਚਿਆਂ ਨੂੰ ਬੜਾ ਪ੍ਰੇਮ ਕਰਦੇ ਸੀ ਤੇ ਵੱਡਿਆਂ ਦਾ ਸਤਿਕਾਰ ਕਰਦੇ ਸੀ। ਤੇ ਜਿੱਦਣ ਵੱਡਿਆਂ ਦਾ ਸਤਿਕਾਰ ਹੋਏਗਾ, ਛੋਟਿਆਂ ਨੂੰ ਪ੍ਰੇਮ ਮਿਲੇਗਾ ਨਾ, ਛੋਟੇ ਭੱਜ ਭੱਜ ਸੇਵਾ ਕਰਨਗੇ, ਬਾਲਟੀਆਂ ਫੜ ਫੜ ਸੇਵਾ ਕਰਨਗੇ ਲੰਗਰ 'ਚ। ਤੇ ਅੱਜ ਦੇ ਸਮੇਂ ਮਿੰਨਤਾਂ ਕਰਨੀਆਂ ਪੈਂਦੀਆਂ, ਓਏ ਵਿਹਲਾ ਬੈਠਾ ਰੋਟੀ ਫੇਰ ਖਾ ਲਈ, ਪਹਿਲਾਂ ਸੇਵਾ ਕਰ, ਹੁੰਦਾ ਨਾ ਜੀ। ਬਜ਼ੁਰਗਾਂ ਨੂੰ ਕਹਿਣਾ ਪੈਂਦਾ, ਕਿਉਂਕਿ ਬੱਚੇ ਅੱਜ ਗੁਰਦੁਆਰੇ ਜਾਣਾ ਪਸੰਦ ਨਹੀਂ ਕਰਦੇ, ਕਥਾ ਸੁਣਨੀ, ਕੀਰਤਨ ਸੁਣਨਾ ਪਸੰਦ ਨਹੀਂ ਕਰਦੇ, ਸਵੇਰੇ ਉੱਠਣਾ, ਨਾਮ ਜਪਣਾ, ਬਾਣੀ ਪੜ੍ਹਨੀ ਪਸੰਦ ਨਹੀਂ ਕਰਦੇ। ਹੁਣ ਤੇ ਪਸੰਦ ਤੱਕ ਗੱਲ ਆ ਗਈ। ਕਦੇ ਧਰਮ ਹੁੰਦਾ ਸੀ ਵੀ ਸਿੱਖ ਦਾ ਬੱਚਾ ਸਿੱਖ ਹੋਏਗਾ, ਪਾਠ ਕਰੇਗਾ, ਅੰਮ੍ਰਿਤ ਵੇਲੇ ਉੱਠੋ। ਉਹ ਕਹਿੰਦੇ ਮੈਨੂੰ ਪਸੰਦ ਨਹੀਂ, ਮੈਂ ਲਾਈਕ ਨਹੀਂ ਕਰਦਾ, ਮੇਰੇ ਕੋਲ ਇੰਨਾ ਸਮਾਂ ਨਹੀਂ ਹੈ। ਪਰ ਗੁਰੂ ਸਾਹਿਬ ਸਾਰੇ ਜੀਵਨ ਵਿੱਚ ਇਹੀ ਸਿਖਾਉਂਦੇ ਰਹੇ, ਭੈਣ ਵੱਡੀ ਹੋਵੇ, ਮਾਂ ਬਾਪ ਹੋਣ, ਆਂਢ ਗੁਆਂਢ ਵਿੱਚ ਕੋਈ ਵੀ ਵੱਡਾ ਹੋਵੇ, ਉਹਦਾ ਹਮੇਸ਼ਾ ਹੱਥ ਜੋੜ ਸਤਿਕਾਰ ਕਰੋ। ਆਪ ਤੋਂ ਛੋਟਿਆਂ ਨੂੰ ਹਮੇਸ਼ਾ ਪਿਆਰ ਬਖਸ਼ੋ। ਸਾਦਰ ਮੰਚੜ ਸਾਏ ਬੈਸਾਏ, ਹਰਖੀ ਸਰਸ ਅਮਿਤ ਸੋ। ਹੁਣ ਭੈਣ ਨਾਨਕੀ ਇੰਨੇ ਪ੍ਰਸੰਨ, ਸਮਝ ਹੀ ਨਹੀਂ ਆਉਂਦੀ ਮੈਂ ਮਰਦ ਨੂੰ ਬਿਠਾਵਾਂ ਕਿੱਥੇ। ਪਲੰਗੇ ਸੀ ਨਾ ਵਿਸ਼ੇ। ਭੈਣ ਜੀ ਹੱਥ ਜੋੜ ਜੋੜ ਕੇ, ਗੁਰੂ ਸਾਹਿਬ ਇੱਥੇ ਆਓ, ਮਹਾਰਾਜ ਇੱਥੇ ਆਓ। ਇਹ ਪ੍ਰੇਮ ਹੈ, ਦਿਖਾਵਾ ਨਹੀਂ ਹੈ ਕੋਈ। ਅੰਦਰੋਂ ਉਛਲਦਾ ਸੀ ਪ੍ਰੇਮ ਬੇਬੇ ਨਾਨਕੀ ਜੀ ਦੇ। ਤੇ ਗੁਰੂ ਸਾਹਿਬ ਉਹਨਾਂ ਪਲੰਗਿਆਂ ਤੇ ਬਹਿਣਾ ਨਹੀਂ ਚਾਹੁੰਦੇ ਸੀ। ਸਤਿਗੁਰ ਤੇ ਭੂੰਜੇ ਬਹਿ ਜਾਂਦੇ ਆ, ਪਹਿਲਾਂ ਵੀ ਭੂੰਜੇ ਬਹਿੰਦੇ ਸੀ। ਬੜੇ ਸੋਹਣੇ ਪਲੰਗੇ ਵਿਛਾਏ, ਭੈਣ ਜੀ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਇੱਥੇ ਸਜੋ। ਮਹਾਰਾਜ ਬਹਿ ਗਏ, ਅੱਖਾਂ ਭਰੀਆਂ ਬੇਬੇ ਨਾਨਕੀ ਦੀਆਂ, ਅੰਦਰੋਂ ਅੰਦਰ ਰੋ ਰਹੇ ਨੇ ਖੁਸ਼ੀ 'ਚ। ਭਾਗਾਂ ਵਾਲਾ ਦਿਨ ਆਇਆ, ਸਤਿਗੁਰ ਘਰੇ ਆਏ, ਆਖੋ ਸਤਨਾਮ, ਘਰੇ ਆਏ ਆ। ਇੰਨਾ ਚਾਅ ਚੜਿਆ ਹੋਇਆ, ਇੰਨੀ ਖੁਸ਼ੀ ਹੈ, ਖੁਸ਼ੀ 'ਚ ਕੁਝ ਵੀ ਸਮਝ ਨਹੀਂ ਆਉਂਦਾ। ਸ਼੍ਰੀ ਨਾਨਕ ਅੰਮ੍ਰਿਤ ਬਚਨ ਆਲਾਏ, ਸ਼ੁਸ਼ਾ ਮਨੋਰਥ ਭਨੀਏ। ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਬੈਠੇ ਨਾ, ਵੇਖਿਆ ਬੇਬੇ ਨਾਨਕੀ ਭਾਵੁਕ ਨੇ, ਭਾਵੁਕਤਾ ਦੇ ਵਿੱਚ ਬੋਲ ਨਹੀਂ ਸਕਦੇ, ਮਨ ਭਰਿਆ ਹੁੰਦਾ, ਫਿਰ ਗਲ ਵੀ ਭਰ ਜਾਂਦਾ, ਫਿਰ ਸਮਝ ਨਹੀਂ ਆਉਂਦਾ ਹੁੰਦਾ। ਜਦੋਂ ਪਿਆਰਾ ਪ੍ਰੀਤਮ ਸਾਹਮਣੇ ਹੋਵੇ ਨਾ, ਗੁਰੂ ਪਾਤਸ਼ਾਹ, ਸਿੱਖ ਨੂੰ ਨਹੀਂ ਸੁਝਦਾ ਹੁੰਦਾ ਕੀ ਕਹਿਣਾ। ਸਤਿਗੁਰ ਪਤਾ ਕੀ ਕਹਿੰਦੇ? ਕਹਿੰਦੇ ਭੈਣ ਜੀ ਮਨ ਦਾ ਮਨੋਰਥ ਕੀ ਹੈ, ਮਨ ਦੀ ਇੱਛਾ ਕੀ ਹੈ, ਜਰਾ ਸਾਨੂੰ ਵੀ ਦੱਸੋ। ਘਟਾਂ ਘਟਾਂ ਦੀਆਂ ਜਾਣਨ ਵਾਲੇ ਕਹਿ ਰਹੇ ਆ, ਮਨ ਦਾ ਮਨੋਰਥ ਦੱਸ ਦਿਓ। ਤੁਮ ਆਇਸ ਅਨੁਸਾਰ ਸਦਾ ਮੈਂ, ਬਖਸ਼ ਵਛ ਮੇ ਗੁਣੀਏ। ਹੱਥ ਜੋੜ ਸਤਿਗੁਰ ਕਹਿੰਦੇ, ਦੋਨੇ ਹੱਥ ਜੋੜੇ ਉਸ ਰੱਬ ਨੇ, ਕਿਉਂਕਿ ਵੱਡੇ ਸਤਿਕਾਰ ਕਰਦੇ ਆ, ਪਿਆਰ ਕਰਦੇ ਆ। ਮਰਦ ਕਹਿੰਦੇ ਭੈਣ ਜੀ ਅਸੀਂ ਹਮੇਸ਼ਾ ਤੁਹਾਡੀ ਆਗਿਆ 'ਚ, ਕਦੇ ਤੁਹਾਡੇ ਹੁਕਮ ਤੋਂ ਬਾਹਰ ਅਸੀਂ ਨਹੀਂ ਹੋ ਸਕਦੇ। ਉਸ ਵੇਲੇ ਸੋਚੋ ਭੈਣ ਜੀ ਦਾ ਹਾਲ ਕੀ ਹੋਇਆ ਹੋਣਾ। ਅੱਖਾਂ ਭਰੀਆਂ ਸੀ, ਛੱਲਾਂ ਨਿਕਲਦੀਆਂ ਹੰਝੂਆਂ ਦੀਆਂ, ਰੋ ਰਹੇ ਨੇ ਬਚਨ ਸੁਣ ਕੇ। ਰੱਬ ਕਹਿੰਦਾ ਏ ਭੈਣੇ ਮੇਰੀਏ, ਮੈਂ ਤੇਰੇ ਹੁਕਮ ਤੋਂ ਬਾਹਰ ਕਦੇ ਨਹੀਂ। ਤੁਸੀਂ ਭਾਈ ਮਰਦਾਨੇ ਨੂੰ ਭੇਜ ਦਿੱਤਾ, ਤੁਸੀਂ ਆਪ ਹੀ ਦਿਲੋਂ ਆਵਾਜ਼ ਮਾਰ ਦਿੰਦੇ, ਅਸੀਂ ਭੱਜੇ ਆਉਂਦੇ। ਆਖੋ ਸਤਨਾਮ, ਸਦਾ ਤੇਰੀ ਰਜ਼ਾ ਵਿੱਚ, ਸਦਾ ਤੁਹਾਡੇ ਹੁਕਮ ਵਿੱਚ ਰਹਿਣਾ ਏ। ਸੁਣੋ ਭਰਾਤ ਪਰਮੇਸ਼ਵਰ ਰੂਪਾ, ਜਗਤ ਰਚਿਓ ਜਿਹ ਮਾਇਆ। ਉਸ ਵੇਲੇ ਬੇਬੇ ਨਾਨਕੀ ਦੇ ਬੋਲ ਸਨ ਹੱਥ ਜੋੜ ਕੇ, ਉਹ ਸੁਣ ਰੱਬਾ ਮੇਰਿਆ ਭਰਾਵਾ, ਤੂੰ ਆਪ ਨਿਰੰਕਾਰ ਹੈ, ਤੂੰ ਪਰਮੇਸ਼ਵਰ ਹੈ, ਪਰਦੇ ਰੱਖਦਾ ਦੁਨੀਆ ਤੋਂ। ਅਸੀਂ ਕੌਣ ਆ ਤੈਨੂੰ ਹੁਕਮ ਕਰਨ ਵਾਲੇ? ਇਹ ਤੇ ਤੇਰਾ ਮਾਣ ਹੈ, ਤੇਰੀ ਵਡਿਆਈ ਹੈ। ਸਾਨੂੰ ਨਿਮਾਣਿਆਂ ਨੂੰ ਵੀ ਐਡਾ ਰੁਤਬਾ ਬਖਸ਼ ਦਿਓ। ਆਖੋ ਸਤਨਾਮ। ਪਾਤਸ਼ਾਹ ਅਸੀਂ ਲਾਇਕ ਨਹੀਂ ਆ, ਅਸੀਂ ਕਲਯੁਗੀ ਜੀਵ ਆ। ਬੇਬੇ ਨਾਨਕੀ ਦੀ ਨਿਮਰਤਾ, ਇਕਾਗਰਤਾ ਕਿੰਨੀ ਹੈ।
ਮਨ ਭਰਿਆ ਹੋਇਆ ਹੈ, ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਕਹਿੰਦੀ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲਵੋ। ਸਤਿਆ ਲੇ ਕਰ ਤੁਮਰੀ ਸਿਰਜੇ ਜੇ ਬ੍ਰਹਮੰਡ ਨਿਕਾਇਆ। ਐ ਪਾਤਸ਼ਾਹ ਤੇਰੀ ਸੱਤਿਆ ਤੋਂ ਇਹ ਖੰਡ ਬ੍ਰਹਮੰਡ ਪਤਾਲ ਦੀਪ ਸਭ ਕੁਝ ਬਣਿਆ ਏ, ਸਭ ਕੁਝ ਬਣਾ ਕੇ ਸਮੇਟਣ ਵਾਲੇ ਤੁਸੀਂ ਆਪ ਹੋ। ਪਰ ਇੱਥੇ ਆਮ ਲੋਕਾਂ ਨੂੰ ਵੀ ਆਪਣਾ ਭੇਦ ਨਹੀਂ ਦਿੰਦੇ। ਆਖੋ ਸਤਨਾਮ ਮੈਂ ਜਾਣਦੀ ਹਾਂ ਤੁਸੀਂ ਕੌਣ। ਸੋ ਸਮਾਂ ਸਮਾਪਤ ਹੈ ਜੀ। ਜਿਵੇਂ ਜਿਵੇਂ ਮਹਾਰਾਜ ਖੇਡਾਂ ਵਰਤਾਉਣਗੇ ਕੱਲ ਦੇ ਆਉਣ ਵਾਲੇ ਦਿਨਾਂ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।